नानक अंगद गुरु अमरदास पद बंद रामदास अर्जन गुरु वर श्री हर गोबिंद हरि राय हर कृष्ण गुर तेग बहादुर दसवें गोबिंद सिंह गुरु नमो चरण जिसमें है अमृत ज्ञान है मानक भगत बैराग श्री गुरु ग्रंथ साहिब उदद बंदों कर श्री गुरु शब्द कमाए जिना पंच विकार तिन संतन को बंदना एक अंकारा सतगुरु ते प्रसाद वाहिगुरु जी की फतेह एक अंकारा सतगुरु ते प्रसाद वाहिगुरु जी की फतेह विघ्न विनाशन सोए। सतनाम श्री वाहिगुरु जी दोहरा ताओ भी कटिया ना पर बंदे दीनों रिजक लगाए पुन्ना कच्चा जिम बन तिम सिख लेवा खाए ताओ भी गड्डिया पर बंदे। वाहिगुरु जी का खालसा वाहिगुरु जी की फतेह। पदत पावन भगत वत्सल कृपा निधान जुग जुग अटल प्रगट गुरां की देह प्रतख हर धन धन सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर नामे पातशाह धर्म रखे शहीद सतगुरु तिलक जंजू दे राखे डुबदियां दा सहारा शस्त्र तारी जोधे बंदगी दे पुंज शांत स्वरूप सतगुरु श्री गुरु तेग बहादुर साहब महाराज जी दे तप अस्थान गुरुद्वारा श्री भोरा साहब पातशाही नौवीं विखे संध्या दे समय दे सजे हुए दीवाना च हाजरियां भर के दर्शन दीदारे करके जीवन सफल बना रहे गुरु प्यारे खालसा साध संगत जी बड़े भाग हैं जो सत संगत दियां घड़ियां नसीब होइयां ने। चल रही प्राचीन पंथ प्रकाश की कथा जिस दे विच आपां श्रवण कीता हुण तिकर गुरदास नंगल की कड़ी नूं घेरा पिया होया तकरीबन 7-8 महीने का समा हो गया। ਜਿਹੜੇ ਸਿੰਘ अंदर रह गए सी उन्हां 'च साह तां चलदे ने पर शरीर दे उत्ते मास नहीं रहा हड्ड निकल आए ने सैकदे हन पर फिर भी जे कोई तुरक उन्हां दे ताई मखौल करदा ते अगों 10 गल्लां सुणाउंदे ने ते जिवें कोई शेर सहक रहा होवे मरण किनारे होवे ते शेर तो खौफ खा के उहदे नेड़े कोई नहीं जाता। इवें भावें लखां की गिणती च बार-बार मुगल सिपाही पठान ने सिंह अंदर भुखण भाणे ने पर इन्हां नूं सहकदे हुए शेर दी न्याई सिंह दिखदे ने नेड़े नहीं जाते। अखीर सिंघां दा दुख वेख के उधरों कुछ सरकार ने पेशकश की भी गिरफ्तारी दे दो। बादशाह फरकसीर कहंदा है हमला ना करियो साडे ते असीं तुहानूं कुछ नहीं कवांगे। बाबा बंदा सिंह जी ने जो ਸਿੰਘਾਂ ਦਾ हाल वेखिया ते भुख दे नाल दुखी ने खाण वास्ते कुछ नहीं शरीर दे हड्ड रह गए ने फिर भी सिदक निभा रहे ने गिरफ्तारी दे दी है।
ਬਾਬਾ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਗ੍ਰਿਫਤਾਰ ਕਰਕੇ ਆਲੇ ਦੁਆਲੇ ਸੰਗਲ ਮਾਰੇ ਗਏ। ਇੱਕ ਗੱਡੇ ਦੇ ਉੱਤੇ ਪਿੰਜਰਾ ਰੱਖ ਕੇ 2 ਸਿਪਾਹੀ ਨਾਲ ਬੰਨੇ ਗਏ ਵੀ ਕਿਤੇ ਉੱਡ ਨਾ ਜਾਣ। ਗੱਡੇ ਦੇ ਵਿੱਚ ਵੀ ਸੰਗਲਾਂ ਦੇ ਨਾਲ ਕਿੱਲ ਗੱਡ ਤੇ ਵੀ ਗੱਡੇ ਦਾ ਵੀ ਭਾਰ ਲਵੇ ਜੇ ਉੱਡਣ ਲੱਗਣ। ਬਾਕੀ ਜਿਹੜੇ ਸਿੰਘ ਸਨ ਉਹਨਾਂ ਨੂੰ ਵੀ ਇੱਦਾਂ ਹੀ ਗੱਡਿਆਂ ਦੇ ਉੱਤੇ ਸੰਗਲਾਂ ਦੇ ਨਾਲ ਬੰਨ੍ਹ ਕੇ ਬਿਠਾ ਦਿੱਤਾ ਹੈ। ਇੱਕ ਸਿੰਘ ਦਾ ਸੱਜਾ ਪੈਰ ਤੇ ਇੱਕ ਦਾ ਖੱਬਾ ਪੈਰ, ਇੱਕ ਦਾ ਸੱਜਾ ਹੱਥ ਤੇ ਇੱਕ ਦਾ ਖੱਬਾ ਹੱਥ, ਇੱਦਾਂ ਸੰਗਲਾਂ ਨਾਲ ਬੰਨ੍ਹ ਕੇ ਤੇ ਇੱਕ ਹੱਥ ਜਿਹੜਾ ਹੈ ਉਹ ਖਾਲੀ ਛੱਡ ਦਿੱਤਾ ਹੈ ਵੀ ਤਾਂ ਜੋ ਆਪਣੀ ਕੋਈ ਸਰੀਰ ਦੀ ਸਿੰਘ ਕਿਰਿਆ ਕਰ ਸਕਣ। ਇੱਥੋਂ ਲਾਹੌਰ ਲੈ ਕੇ ਗਏ ਨੇ। ਪਹਿਲਾਂ ਲਾਹੌਰੋਂ ਘਰਾਂ ਦੇ ਵਿੱਚੋਂ ਜਿਹੜੇ ਗ੍ਰਸਤੀ ਸਿੱਖ ਸੀ ਉਹਨਾਂ ਨੂੰ ਫੜ ਕੇ ਗਿਣਤੀ ਵਧਾਈ ਵੀ ਬਾਦਸ਼ਾਹ ਨੂੰ ਵਿਖਾਈਏ ਵੀ 740 ਗ੍ਰਿਫਤਾਰ ਕੀਤੇ ਨੇ। ਉਂਝ ਗੜੀ ਦੇ ਵਿੱਚੋਂ 250-300 ਹੀ ਸਿੰਘ ਜਿਹੜਾ ਸੀ ਗ੍ਰਿਫਤਾਰ ਹੋਇਆ, ਬਾਕੀ ਕੁਝ ਸ਼ਹੀਦੀਆਂ ਪਾ ਗਏ। ਤੇ ਨਾਲ ਹੀ 2000 ਸਿੰਘਾਂ ਦੇ ਸਿਰ ਬਰਸ਼ਾਂ ਦੇ ਟੰਗੇ ਗਏ। ਤੇ ਇਤਿਹਾਸਕਾਰ ਲਿਖਦੇ ਨੇ ਹੋਰ ਥਾਵਾਂ ਤੇ ਗ੍ਰੰਥਾਂ 'ਚ ਵੀ 700 ਗੱਡਾ ਸਿੰਘਾਂ ਦੇ ਸਿਰਾਂ ਦਾ ਲੱਦਿਆ ਨਾਲ। ਬਾਦਸ਼ਾਹ ਨੂੰ ਇਹ ਵਿਖਾਉਣ ਲਈ ਵੀ 8 ਮਹੀਨੇ ਸਾਨੂੰ ਤਾਂ ਲੱਗੇ ਵੀ ਅਸੀਂ ਇੰਨੇ ਸਿੰਘ ਮਾਰੇ ਆ। ਘਰਾਂ 'ਚੋਂ ਹੀ ਫੜ ਕੇ ਕੋਈ ਸਾਧੂ ਕੋਈ ਸੰਤ ਸਾਰੇ ਸਿੱਖ ਵਿਖਾ ਦਿੱਤੇ ਵੀ ਇਹ ਸਾਰੇ ਸਿੱਖ ਨੇ। ਹਿੰਦੂਆਂ ਨੂੰ ਵੀ ਫੜ ਕੇ ਮਾਰ ਦਿੱਤਾ ਵੀ ਸਿੱਖ ਹੀ ਨੇ। ਸੋ ਇਹ ਢੰਗ ਦੇ ਨਾਲ ਜਲੂਸ ਦੀ ਸ਼ਕਲ ਦੇ ਵਿੱਚ ਲਾਹੌਰ ਤੋਂ ਦਿੱਲੀ ਨੂੰ ਲੈ ਕੇ ਜਾ ਰਹੇ ਨੇ। ਸਿੰਘਾਂ ਦੇ ਸਿਰਾਂ ਦੇ ਉੱਤੇ ਲਾਲ ਰੰਗ ਦੀਆਂ ਟੋਪੀਆਂ ਜੀਆਂ ਵੀ ਇਹਨਾਂ ਪਾਤੀਆਂ ਉਹਨਾਂ ਦਾ ਮਖੌਲ ਉਡਾਉਣ ਦੇ ਵਾਸਤੇ। ਇੱਕ ਬਾਂਸ ਤੇ ਬਿੱਲੀ ਮਰੀ ਹੋਈ ਜਿਹੜੀ ਸੀ ਉਹ ਸਾਰਿਆਂ ਤੋਂ ਅੱਗੇ ਟੰਗ ਦਿੱਤੇ, ਜਿਹਦਾ ਇਹ ਭਾਵ ਸੀ ਵੀ ਅਸੀਂ ਕਿਲੇ ਦੇ ਅੰਦਰ ਸਿੰਘਾਂ ਦੀ ਬਿੱਲੀ ਵੀ ਜਿਉਂਦੀ ਨਹੀਂ ਰਹਿਣ ਦਿੱਤੇ। ਐਸੀ ਅਸੀਂ ਹਾਲਤ ਕੀਤੀ ਹੈ। ਨਾਰੇ ਵੀ ਕਹਿੰਦੇ ਇੱਦਾਂ ਲਾਉਂਦੇ ਜਾ ਰਹੇ ਸੀ ਜਿੱਦਾਂ ਖਾਲਸਾ ਕਹਿੰਦਾ ਨਾ ਵੀ ਰਾਜ ਕਰੇਗਾ ਖਾਲਸਾ। ਇਹ ਉਲਟ ਪੜ੍ਹਦੇ ਹੁੰਦੇ ਸੀ, ਕਹਿੰਦੇ ਯਾਦ ਕਰੇਗਾ ਖਾਲਸਾ। ਕਹਿੰਦੇ ਖਾਲਸਾ ਸਾਨੂੰ ਯਾਦ ਕਰੇਗਾ। ਲੋਕ ਚੇਤੇ ਕਰਿਆ ਕਰਨਗੇ ਵੀ ਸਿੰਘ ਵੀ ਕੁਝ ਹੁੰਦੇ ਸਨ ਵੀ ਅਸੀਂ ਖਤਮ ਕਰ ਦਿੱਤੇ, ਹੁਣ ਸਿੰਘਾਂ ਨੂੰ ਅਸੀਂ ਨਹੀਂ ਰਹਿਣ ਦਿੱਤਾ। ਇੱਦਾਂ ਦੀ ਭਾਵਨਾ ਦੇ ਨਾਲ ਪਠਾਨ ਤੁਰਕ ਅਬਦੁਲ ਸਮੁੱਦ ਖਾਨ, ਇਹਦਾ ਮੁੰਡਾ ਜ਼ਕਰੀਆ ਖਾਨ ਜਿਹੜਾ ਵੱਡਾ ਸਿੱਖਾਂ ਦਾ ਵੈਰੀ, ਹੋਰ ਕਈ ਜਰਨੈਲ ਇਹ ਲਾਹੌਰ ਤੋਂ ਦਿੱਲੀ ਨੂੰ ਜਾ ਰਹੇ ਨੇ। ਜਿਵੇਂ ਦਿੱਲੀ ਪਹੁੰਚ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ। ਇਹ ਪ੍ਰਸੰਗ ਆਪਾਂ ਸਰਵਣ ਕਰਾਂਗੇ। ਆਓ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਖਾਲਸੇ ਦੇ ਪਾਤਸ਼ਾਹ ਦੇ ਚਰਨ ਕਮਲਾਂ ਦਾ ਧਿਆਨ ਧਾਰੀਏ। ਆਪਣੀ ਕਲਿਆਣ ਮੰਗਦਿਆਂ ਸਰਬੱਤ ਦਾ ਭਲਾ ਲੋਚਦਿਆਂ ਰਸਨਾ ਕਰੋ ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੋ ਵੀ ਗੱਡਿਆਂ ਪਰ ਬੰਦੇ ਦੀਨੋਂ ਰਿਜਕ ਲਗਾਏ। ਜਦੋਂ ਸਿੰਘਾਂ ਨੂੰ ਇਦਾਂ ਗੱਡਿਆਂ ਦੇ ਉੱਤੇ ਸਾਧ ਸੰਗਤ ਬੰਨ੍ਹ ਕੇ ਸੰਗਲਾਂ ਦੇ ਨਾਲ ਲਾਹੌਰ ਤੋਂ ਦਿੱਲੀ ਤੋਰਿਆ ਤਾਂ ਰਾਹ ਦੇ ਵਿੱਚ ਛੋਟੀਆਂ ਛੋਟੀਆਂ ਮੰਜ਼ਲਾਂ ਕਰਦੇ ਜਾਂਦੇ ਨੇ। ਛੋਟੀਆਂ ਛੋਟੀਆਂ ਜਿਹੜੀਆਂ ਮੰਜ਼ਲਾਂ ਨੇ ਉਹ ਕਰਨ ਤੋਂ ਭਾਵ ਹੈ ਵੀ ਕਿਤੇ ਥੋੜ੍ਹਾ ਚਲੇ ਗਏ, ਕਿਤੇ ਜ਼ਿਆਦਾ ਚਲੇ ਗਏ। ਸਿੱਖ ਬੰਦੇ ਸੰਗ ਬੰਦ ਜੋ ਤੋਰੇ, ਦੋਏ ਦੋਏ ਇੱਕ ਇੱਕ ਬੇੜੀ ਜੋੜੇ, ਇੱਕ ਪਾਸੋਂ ਨੂੰ ਕੋ ਹੱਥ ਜੋੜੇ, ਇੱਕ ਇੱਕ ਛੋਡੇ ਕਿਰਿਆ ਲੋੜੇ। ਵੀ ਹੱਥ ਬੰਨ੍ਹਦੇ ਸਿੰਘਾਂ ਦੇ ਵੀ ਇੱਕ ਇੱਕ ਹੱਥ ਖਾਲੀ ਛੱਡਦਾ ਵੀ ਆਪਣੀ ਕਿਰਿਆ ਕਰਨ। ਹੁਣ ਸਰਕਾਰ ਨੇ ਕੀ ਵੇਖਿਆ ਵੀ ਇਹ ਪਤਾ ਹੈ ਦਿੱਲੀ ਜਾਣਾ ਹੈ ਤੇ ਜਿਉਂਦੇ ਵਿਖਾਉਣੇ ਨੇ। ਅਫਸਰਾਂ ਨੂੰ ਇਹ ਹੈ ਵੀ ਕਿਤੇ ਭੁੱਖ ਦੇ ਨਾਲ ਤਾਂ ਸਿੰਘ ਅੱਗੇ ਜਿਹੜੇ ਮਰੇ ਪਏ ਪ੍ਰਤੀਤ ਹੁੰਦੇ ਨੇ ਵੀ ਲੂਥਾਂ ਜੀ ਸਾਹ ਚੱਲਦਾ ਹੈ ਜਿਵੇਂ ਵੀ ਇਹ ਦਿੱਲੀ ਜਾ ਕੇ ਫੇਰ ਹੀ ਵਿਖਾਵਾਂਗੇ ਨਾ ਜੇ ਜੀਂਦੇ ਰਹਿ ਗਏ। ਇਸ ਕਰਕੇ ਥੋੜ੍ਹੀ ਬਹੁਤ ਰਸਤ ਸਿੰਘਾਂ ਦੀ ਲਾ ਦਿੱਤੀ ਹੈ। ਰਸਤ ਲਾਤੀ ਹੈ ਵੀ ਇਹ ਤੁਸੀਂ ਆਪਣਾ ਜਿਵੇਂ ਕਿਵੇਂ ਖਾਧਾ ਜਾਂਦਾ ਬਣਾਇਆ ਜਾਂਦਾ ਵੀ ਗੱਡਿਆਂ ਤੇ ਜਾਂਦੇ ਹੀ ਬਣਾ ਕੇ ਖਾ ਲਵੋ। ਸੋ ਇਸ ਤਰ੍ਹਾਂ ਗੱਡਿਆਂ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਦੇ ਜਿਹੜੇ 740 ਸਿੰਘ ਨੇ ਉਹਨਾਂ ਦੇ ਖਾਣ ਦੇ ਲਈ ਰਸਤਾਂ ਦਿੰਦੇ ਹਨ। ਭੁੰਨਾ ਕੱਚਾ ਜਿਮ ਬਣੈ ਤਿਮ ਸਿੱਖ ਲੈਵੈ ਖਾਏ। ਤਾਂ ਕਹਿੰਦੇ ਵੀ ਜਿੱਦਾਂ ਦਾ ਵੀ ਕੱਚਾ ਭੁੰਨਾ ਜਿਹਾ ਬਣਦਾ ਨਾ, ਹੁਣ ਇੱਕ ਇੱਕ ਹੱਥ ਤੇ ਜੰਜੀਰ ਦੇ ਨਾਲ ਬੰਨਿਆ ਏ ਤੇ ਇੱਕ ਹੱਥ ਦੇ ਨਾਲ ਜਿਵੇਂ ਕਿਵੇਂ ਦਾ ਰਾਸ਼ਨ ਜਿੱਦਾਂ ਦਾ ਲੰਗਰ ਸਿੰਘਾਂ ਦੇ ਕੋਲ ਤਿਆਰ ਹੁੰਦਾ ਏ
ਸਿੰਘ ਕਹਿੰਦੇ ਵੀ ਕੱਚਾ ਭੁੰਨਾ ਹੀ ਛਕ ਲੈਂਦੇ ਨੇ, ਗੜੀ ਦੇ ਵਿੱਚ ਤਾਂ ਇਹ ਵੀ ਨਹੀਂ ਸੀ ਮਿਲਦਾ, ਉੱਥੇ ਤਾਂ ਬਿਲਕੁਲ ਭੁੱਖਣ ਭਾਣੇ ਸਨ। ਹੁਣ ਜੋ ਵੀ ਕੱਚਾ ਪੱਕਾ ਮਿਲਦਾ ਹੈ ਖਾਲਸਾ ਛਕ ਲੈਂਦਾ ਏ। ਜਪ ਹੀ ਪਕੜੇ ਸਾਥੇ ਜਾਏ। ਜਦੋਂ ਇਸ ਤਰ੍ਹਾਂ ਸਿੰਘ ਜਿਹੜੇ ਸਾਰੇ ਪੜੇ ਨੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਨੇ ਉਹਨਾਂ ਨੂੰ ਪਿੰਜਰੇ ਦੇ ਵਿੱਚ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਬੰਨ੍ਹਿਆ ਹੋਇਆ ਹੈ, ਕੈਦ ਕੀਤਾ ਹੈ। ਤੇ ਜਿਹੜੇ ਸਾਰੇ ਫੜੇ ਹੋਏ ਸਿੰਘ ਨਾਲ ਜਾ ਰਹੇ ਹਨ। ਗੁਰੂ ਕੇ ਸਿੰਘ ਜਿਹੜੇ ਉਹਨਾਂ ਦੇ ਚਿਹਰੇ ਤੇ ਕੋਈ ਮਲਾਲ ਨਹੀਂ ਆ। ਕਹਿੰਦੇ ਸਤਿਗੁਰੂ ਮਹਾਰਾਜ ਦੀਆਂ ਬਾਣੀਆਂ ਪੜ੍ਹਦੇ ਨੇ, ਗੁਰਬਾਣੀ ਦਾ ਸ਼ਬਦ ਪੜ੍ਹਦੇ ਹਨ ਤੇ ਮਰਨ ਤੋਂ ਸੰਕੋਚ ਨਹੀਂ ਕਰਦੇ। ਮਰਨ ਦਾ ਭੈ ਕੋਈ ਨਹੀਂ ਖਾਲਸੇ ਦੇ ਅੰਦਰ। ਇੱਕ ਕਿਸੇ ਸਿੰਘ ਦੇ ਕੋਲ ਕਹਿੰਦੇ ਰਬਾਬ ਹੱਥ ਦੇ ਵਿੱਚ ਆ ਗਈ, ਤੇ ਜਦੋਂ ਰਬਾਬ ਆਈ ਤੇ ਇੱਕ ਹੱਥ ਦੇ ਨਾਲ ਹੀ ਸਿੰਘ ਰਬਾਬ ਵਜਾ ਰਿਹਾ ਹੈ ਵੀ ਚਲੋ ਰਬਾਬ ਵਜਾ ਕੇ ਮਹਾਰਾਜ ਦੀ ਬਾਣੀ ਪੜ੍ਹੀਏ। ਸਿੰਘ ਜਿਹੜੇ ਹਨ ਕਿ ਕਈਆਂ ਦੇ ਕੋਲ ਅਜੇ ਸ਼ਸਤਰ ਸਨ, ਇਦਾਂ ਹੀ ਫੜ ਕੇ ਜਿਹੜੇ ਪਠਾਣਾ ਨੇ ਮੁਗਲਾਂ ਨੇ ਸਿੰਘ ਗੱਡਿਆਂ ਦੇ ਉੱਤੇ ਬੰਨ੍ਹ ਦਿੱਤੇ ਸਨ। ਉਹ ਇੱਕ ਵਾਰ ਜਿਹੜੇ ਸਿੰਘ ਦਾ ਸ਼ਸਤਰ ਡਿੱਗ ਪਿਆ ਫਿਰ ਦੁਬਾਰਾ ਨਹੀਂ ਉਹਦੇ ਕੋਲ ਚੁੱਕਿਆ ਜਾਂਦਾ। ਸ਼ਬਦ ਪੜ੍ਹੈ ਜੋ ਮਰਨੇ ਵਾਲੇ। ਤੇ ਫਿਰ ਗੁਰਬਾਣੀ ਦੇ ਸ਼ਬਦ ਪੜ੍ਹਦੇ ਨੇ। ਪੜ੍ਹਦੇ ਵੀ ਕਿਹੜੇ ਹਨ? ਜਿਨ੍ਹਾਂ ਦੇ ਵਿੱਚ ਜਿਉਣਾ ਝੂਠ ਤੇ ਮਰਨਾ ਸੱਚ ਮਹਾਰਾਜ ਨੇ ਸਿਖਾਇਆ ਹੈ। ਜਿਹੜੇ ਸ਼ਬਦਾਂ ਦੇ ਵਿੱਚ ਮਹਾਰਾਜ ਕਹਿੰਦੇ ਨੇ ਬਾਦਸ਼ਾਹ ਸਾ ਵਪਾਰੀ ਮਰਨਾ ਜੋ ਦਿਸੈ ਸੋ ਕਾਲ ਹੈ ਖਰਨਾ। ਜਿਨ੍ਹਾਂ ਸ਼ਬਦਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਮਰਨਾ ਸੱਚ ਤੇ ਜਿਉਣਾ ਜਗਤ ਦੇ ਵਿੱਚ ਸਦਾ ਰਹਿਣਾ ਝੂਠ ਦੱਸਿਆ ਏ। ਸੰਸਾਰ ਚਲਵੀ ਸਰਾਂ ਹੈ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਏਦਾਂ ਮਰਨ ਦਾ ਸੱਚ ਹੋਣ ਬਾਰੇ ਜਿਹੜੇ ਗੁਰਬਾਣੀ ਦੇ ਸ਼ਬਦ ਨੇ ਉਹ ਸਿੰਘ ਪੜ੍ਹਦੇ ਜਾ ਰਹੇ ਹਨ। ਕਬੀਰ ਮੋਏ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਦਾਂ ਦੇ ਸ਼ਬਦ ਪੜ੍ਹਦੇ ਹਨ। ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ। ਧਨ ਜਿਉ ਤੇ ਕੋ ਜਗ ਮੈਂ ਮੁਖ ਤੇ ਹਾਰ ਚਿਤ ਮੈਂ ਜੁਦ ਵਿਚਾਰੈ ਦੇਹ ਅਨਿਤ ਨਾ ਨਿਤ ਰਹੈ ਜਸ ਨਾਭ ਚੜ੍ਹੈ ਭਵ ਸਾਗਰ ਤਾਰੈ। ਧੀਰਜ ਤਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉ ਜਿਆਰੈ ਗਿਆਨੈ ਕੀ ਵੱਢਣੀ ਮਨੋ ਹਾਥ ਲੈ ਕਾਤ ਰਤਾ ਕੁਤਵਾਰ ਬਹਾਰ ਹੈ। ਇਹਦਾ ਭਾਵਨਾ ਦੇ ਨਾਲ ਸਿੰਘ ਗ੍ਰਿਫਤਾਰ ਹਨ ਪਰ ਸ਼ਬਦ ਪੜ੍ਹਦੇ ਜਾ ਰਹੇ ਨੇ। ਜੀਵਨ ਝੂਠੋ ਸ਼ਬਦ ਉਚਾਰੇ। ਜਿਹਦੇ ਵਿੱਚ ਇਹ ਹੈ ਵੀ ਜੀਵਣਾ ਝੂਠਾ ਹੈ ਤੇ ਮਰਨਾ ਸੱਚ ਹੈ। ਇਹਦਾ ਮਹਾਰਾਜ ਦੀ ਬਾਣੀ ਦੇ ਸ਼ਬਦ ਪੜ੍ਹਦੇ ਹਨ। ਕਈ ਸਿੰਘ ਉਹਦਾ ਸ਼ਬਦਾਂ ਦੇ ਅਰਥਾਂ ਦੀਆਂ ਧਾਰਨਾ ਬਣਾ ਕੇ ਪੜ੍ਹਦੇ ਨੇ। ਸਾਧੋ ਇਹ ਸੰਸਾਰ ਮੁਰਦਿਆਂ ਦਾ ਪਿੰਡ ਹੈ, ਭਾਵ ਇੱਥੇ ਸਦਾ ਨਹੀਂ ਕਿਸੇ ਨੇ ਰਹਿਣਾ। ਜਾ ਜਗ ਮੈਂ ਕੋ ਰਹਿਣ ਨਾ ਪਾਉ। ਰਹਿਣ ਨਹੀਂ ਪਾਵੇਗਾ, ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠ ਸੁਧਾਰੇ ਕਰ ਮਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ। ਏਦਾਂ ਕਹਿੰਦੇ ਵੀ ਜਗਤ ਦੇ ਵਿੱਚ ਕਿਸੇ ਨੇ ਰਹਿਣਾ ਨਹੀਂ ਹੈ। ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ। ਐਸੇ ਸ਼ਬਦ ਪੜ੍ਹ ਰਹੇ ਹਨ। ਜਿਨ੍ਹਾਂ ਸਿੰਘਾਂ ਦੇ ਕੋਲ ਸਿਦਕ ਹੈ, ਸਬੂਰੀ ਸਿਦਕ ਰੂਪੀ ਕਹਿੰਦੇ ਵੀ ਜਿਨ੍ਹਾਂ ਦੇ ਕੋਲ ਗਜਾ ਕੀਤਾ ਹੈ। ਕਿਉਂਕਿ ਸਿਦਕ ਸਬੂਰੀ ਸਬਰ ਸੰਤੋਖ ਜਿਹੜਾ ਏ ਇਹੀ ਕੁਝ ਖਾਲਸੇ ਦੇ ਕੋਲ ਹੈ। ਜਿਨ੍ਹਾਂ ਨੇ ਸਿਦਕ ਕਾਇਮ ਰੱਖਿਆ, ਜਿਹੜੇ ਸੰਤੋਖੀ ਰਹੇ, ਉਹਨਾਂ ਨੇ ਸੱਚ ਦੀ ਪ੍ਰਾਪਤੀ ਰੂਪੀ ਮਜ਼ਦੂਰੀ ਪ੍ਰਾਪਤ ਕਰ ਲਈ ਹੈ। ਨਹੀਂ ਤੇ ਬਾਕੀ ਪਦਾਰਥ ਤਾਂ ਸੰਸਾਰ ਦੇ ਲੋਕਾਂ ਕੋਲ ਬਹੁਤ ਨੇ, ਪਰ ਜਿਹੜਾ ਸਾਧ ਸੰਗਤ ਜੇ ਸਿਦਕ ਰੱਖਣਾ ਹੈ ਸਿੱਖਾਂ ਦੇ ਕੋਲ ਹੈ। ਸਿਦਕੀ ਹੋਣਾ
ਫਿਰ ਸੰਤੋਖੀ ਹੋਣਾ ਤੇ ਫਿਰ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ। ਇਹ ਸਿੰਘਾਂ ਦੇ ਪਾਸ ਹੈ। ਕਰ ਦੁੱਖ ਕੋ ਸੁਖ ਕਰ ਮੰਨ, ਭਾਵੇਂ ਹੈ ਤਾਂ ਸਮਾਂ ਦੁੱਖ ਦਾ, ਕੈਦ ਵਿੱਚ ਨੇ ਤੇ ਮੁਗਲ ਜਿਹੜੇ ਹਨ ਉਹਨਾਂ ਛੱਡਣਾ ਥੋੜਾ, ਪਠਾਣਾ ਨੇ ਲਿਹਾਜ਼ ਨਹੀਂ ਕਰਨਾ, ਪਰ ਦੁੱਖ ਦੇ ਵਿੱਚ ਵੀ ਸੁੱਖ ਮੰਨ ਰਹੇ ਨੇ। ਬਾਣੀ ਪੜ੍ਹਦਿਆਂ ਹੋਇਆ ਦੁੱਖ ਮੰਨਦੇ ਹੀ ਨਹੀਂ ਹਨ ਸਿੱਖ, ਆਪਣੇ ਆਪ ਨੂੰ ਆਨੰਦ ਦੇ ਵਿੱਚ ਹੀ ਮਹਿਸੂਸ ਕਰ ਰਹੇ ਨੇ। ਜੀਵਨ ਤਜ ਬਹਿ ਮਰਨ ਮਨ ਠਾਨਾ, ਕਿਉਂਕਿ ਇਹਨਾਂ ਨੇ ਤਾਂ ਸੰਸਾਰ ਦੇ ਵਿੱਚ ਜਿਹੜਾ ਸਰੀਰ ਕਰਕੇ ਜਿਉਣਾ ਹੈ ਉਹ ਤਾਂ ਪਹਿਲਾਂ ਹੀ ਛੱਡਤਾ ਸੀ। ਜਿੱਦਣ ਕੋਈ ਸਿੰਘ ਸੱਜਦਾ ਹੈ ਨਾ ਅੰਮ੍ਰਿਤ ਛਕਦਾ, ਉਦਣ ਤੇ ਕਹਿੰਦੇ ਪਹਿਲਾਂ ਮਰਨ ਕਬੂਲ, ਪਹਿਲਾਂ ਤੇ ਮਰਨਾ ਕਬੂਲ ਕਰਨਾ ਪੈਂਦਾ ਹੈ। ਜੀਵਨ ਕੀ ਛੱਡੇ ਆਸ, ਤੇ ਜ਼ਿੰਦਗੀ ਦੀ ਆਸ ਉਦਣ ਹੀ ਛੱਡਣੀ ਪੈਂਦੀ ਹੈ ਜਿੱਦਣ ਖਾਲਸਾ ਫੌਜ ਦੇ ਵਿੱਚ ਭਰਤੀ ਹੋਣਾ ਹੈ। ਅਸਲ ਦੇ ਵਿੱਚ ਖਾਲਸੇ ਦਾ ਇਹ ਤਾਂ ਬੇਸਿਕ ਹੈ ਵੀ ਪਹਿਲਾਂ ਮੰਨ ਲੈਣਾ ਵੀ ਹੁਣ ਅਸੀਂ ਸੰਸਾਰ ਦੇ ਵਿੱਚ ਜਿਉਣੇ ਰਹਿਣ ਦੀ ਆਸ ਨਹੀਂ ਰੱਖਣੀ, ਤੇ ਕਦੇ ਵੀ ਸਾਡੀ ਧਰਮ ਵਾਸਤੇ ਸ਼ਹੀਦੀ ਹੋ ਸਕਦੀ ਹੈ। ਇਸ ਕਰਕੇ ਕਹਿੰਦੇ ਵੀ ਸਿੰਘਾਂ ਨੂੰ ਦੁੱਖ ਕਾਹਦਾ ਲੱਗਣਾ ਹੈ, ਇਹਨਾਂ ਨੇ ਤੇ ਜਿਉਣਾ ਪਹਿਲਾਂ ਹੀ ਤਿਆਗ ਦਿੱਤਾ ਹੈ ਤੇ ਮਰਨਾ ਜਿਹੜਾ ਇਹ ਨਿਸ਼ਚੈ ਕਰ ਲਿਆ ਵੀ ਅਸੀਂ ਮਰਨਾ, ਸ਼ਹੀਦੀਆਂ ਪਾਉਣੀਆਂ ਨੇ। ਸ਼ਬਦਨ ਪੜ੍ਹੈ ਘਰੇ ਅਰਦਾਸ, ਗੁਰਬਾਣੀ ਦੇ ਸ਼ਬਦ ਪੜ੍ਹਦੇ ਹਨ, ਗੁਰਬਾਣੀਆਂ ਦੇ ਜਪ ਜਾਪ ਸਵਈਏ ਆਨੰਦ ਸਾਹਿਬ ਚੌਪਈ ਚੰਡੀ ਦੀ ਵਾਰ ਅਕਾਲ ਉਸਤਤ ਹੋਰ ਅਨੇਕਾਂ ਬੇਅੰਤ ਬਾਣੀਆਂ ਸੁਖਮਣੀ ਸਾਹਿਬ ਦੇ ਜਾਪ ਕਰਦੇ ਨੇ ਸਿੰਘ। ਤੇ ਜਦੋਂ ਬਾਣੀ ਦਾ ਜਾਪ ਕਰ ਲੈਂਦੇ ਉਸ ਤੋਂ ਬਾਅਦ ਫਿਰ ਅਰਦਾਸ ਕਰਦੇ ਨੇ। ਅਰਦਾਸ ਕੀ ਕਰਦੇ ਨੇ ਵੀ ਹੇ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਕਲਗੀਧਰ ਅਕਾਲ ਪੁਰਖ ਸੱਚੇ ਪਾਤਸ਼ਾਹ, ਇਹਨਾਂ ਦੁਸ਼ਟਾਂ ਤੁਰਕਾਂ ਮਲੇਸ਼ਾਂ ਦਾ ਨਾਸ਼ ਕਰਨਾ। ਪੁਰਾਣੇ ਸਮਿਆਂ 'ਚ ਨਾ ਸਿੰਘ ਰਹਿਰਾਸ ਸਾਹਿਬ ਦਾ ਜਦੋਂ ਪਾਠ ਕਰਦੇ ਤੇ ਰਹਿਰਾਸ ਦੀ ਸਮਾਪਤੀ ਕਰਦੇ ਹੀ ਉਹ ਨਾਲ ਇੱਕ ਪੰਕਤੀ ਪੜ੍ਹਦੇ ਹੁੰਦੇ ਸਨ, ਮਹਾਰਾਜ ਦੁਸ਼ਟਾਂ ਮਲੇਸ਼ਾਂ ਨਿੰਦਕਾਂ ਦਾ ਨਾਸ਼। ਇਹ ਹਰ ਇੱਕ ਸਿੱਖ ਦੀ ਅਰਦਾਸ ਹੈ। ਬਾਣੀ ਪੜ੍ਹ ਕੇ ਤੇ ਸਿੰਘ ਕਹਿੰਦੇ ਮਹਾਰਾਜ ਇਹ ਜਿਹੜੇ ਦੁਸ਼ਟ ਨੇ, ਇਹ ਜਿਹੜੇ ਤੁਰਕ ਹਨ, ਜਿਹੜੇ ਮਲੇਸ਼ ਹਨ, ਇਹਨਾਂ ਦਾ ਨਾਸ਼ ਕਰ ਦੇ। ਖਾਲਸੇ ਹੋਏ ਪ੍ਰਗਾਸ, ਤੇ ਜਿੱਥੇ ਕਿਥੇ ਵੀ ਮਹਾਰਾਜ ਤੇਰੇ ਖਾਲਸੇ ਦਾ ਹੀ ਪ੍ਰਤਾਪ ਹੋਵੇ, ਦੁਨੀਆ 'ਚ ਜਿੱਥੇ ਕਿਥੇ ਵੀ ਤੇਰੇ ਖਾਲਸੇ ਦੀ ਜੈ ਜੈਕਾਰ ਹੋਵੇ, ਦੁਸ਼ਟਾਂ ਮਲੇਸ਼ਾਂ ਪਾਪੀਆਂ ਦਾ ਨਾਸ਼ ਤੇ ਤੇਰੇ ਖਾਲਸੇ ਦਾ ਭਜਨ ਬਾਣੀ ਬੰਦਗੀ ਦਾ ਪ੍ਰਤਾਪ ਪ੍ਰਕਾਸ਼ ਹੋਵੇ। ਇਹ ਵੀ ਸਿੰਘ ਅਰਦਾਸ ਕਰਦੇ ਨੇ ਮਹਾਰਾਜ ਆਪਣੇ ਖਾਲਸੇ ਦੀ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਇਓ, ਆਖਰੀ ਸਾਹਾਂ ਤੀਕਰ ਪਾਤਸ਼ਾਹ ਅਸੀਂ ਤੇਰੇ ਸਿਦਕ ਤੋਂ ਸਿੱਖੀ ਤੋਂ ਨਾ ਡੋਲੀਏ। ਜਦੋਂ ਸਿੰਘ ਉੱਚੀ ਉੱਚੀ ਅਰਦਾਸਾਂ ਕਰਦੇ ਨੇ ਮਲੇਸ਼ਾਂ ਦਾ ਨਾਸ਼ ਹੋ ਜੇ ਤੇ ਜਕਾਰੇ ਛੱਡਦੇ ਨੇ, ਤੇ ਜਿਹੜੇ ਤੁਰਕ ਹਨ ਸੁਣ ਸੁਣ ਕੇ ਬੜਾ ਗੁੱਸਾ ਕਰਦੇ, ਬੜਾ ਸਿੰਘਾਂ ਤੇ ਨਾਰਾਜ਼ਗੀ ਕਰਦੇ। ਪਰ ਸਿੰਘ ਇਹਨਾਂ ਤੋਂ ਤੇ ਤਾਂ ਡਰਨ ਨਾ ਵੀ ਜੇ ਉਹ ਜੀਵਨ ਲੋਚਦੇ ਹੋਣ, ਉਹ ਤੇ ਪਹਿਲਾਂ ਹੀ ਮਰਨਾ ਪ੍ਰਵਾਨ ਕਰ ਚੁੱਕੇ ਆ, ਉਹਦੇ ਪਹਿਲਾਂ ਹੀ ਸ਼ਹੀਦੀਆਂ ਜਿਹੜੀਆਂ ਨੇ ਪ੍ਰਾਪਤ ਕਰਨੀਆਂ ਚਾਹੁੰਦੇ। ਤੁਰਕ ਬਥੇਰਾ ਝਿੜਕਦੇ ਆ, ਮਾਰ ਦਿਆਂਗੇ, ਆਹ ਕਰ ਦਿਆਂਗੇ। ਸਿੰਘ ਹੋਰ ਉੱਚੀ ਉੱਚੀ ਅਕਾਲ ਅਕਾਲ ਕਰਦੇ ਆ, ਕਿਉਂਕਿ ਉਹਨਾਂ ਨੇ ਮਰਨਾ ਪਹਿਲਾਂ ਹੀ ਪ੍ਰਵਾਨ ਕਰ ਲਿਆ ਏ। ਮਹਾਰਾਜ ਦੀ ਸਿੱਖੀ ਦਾ ਸਿੰਘ ਸਿਦਕ ਕਮਾਉਂਦੇ ਨੇ ਤੇ ਕਿਸੇ ਦੁਸ਼ਟ ਦੇ ਕੋਲੋਂ ਮਲੇਸ਼ ਦੇ ਕੋਲੋਂ ਡਰ ਨਹੀਂ ਖਾਂਦੇ, ਭੈ ਨਹੀਂ ਖਾਂਦੇ। ਇੱਕ ਪਰਮੇਸ਼ਰ ਦੇ ਉੱਤੇ ਭਰੋਸਾ ਤੇ ਆਸ ਹੈ ਖਾਲਸੇ ਦੀ, ਹੋਰ ਕਿਸੇ ਦੇ ਆਸ ਵੀ ਨਹੀਂ ਰੱਖਦੇ। ਢਿੱਗ ਸਰਹੰਦ ਢੇਰੋ ਪਇਓ, ਸਿੰਘ ਤੋਰੇ ਮੱਧ ਬਾਜ਼ਾਰ। ਇਹਦਾ ਚੱਲਦਿਆਂ ਹੋਇਆਂ ਸਾਧ ਸੰਗਤ ਸਰਹੰਦ ਆ ਗਏ ਨੇ। ਸਰਹੰਦ ਦੇ ਵਿੱਚ ਜਦੋਂ ਇਹਨਾਂ ਨੇ ਡੇਰਾ ਕੀਤਾ ਤੇ ਪਹਿਲਾਂ ਦੇ ਬਾਹਰ ਦੀ ਚੱਲੇ ਸਨ, ਪਰ ਫਿਰ ਇਹਨਾਂ ਨੇ ਸਿੰਘਾਂ ਨੂੰ ਸ਼ਹਿਰ ਦੇ ਬਾਜ਼ਾਰਾਂ ਥਾਣੀ ਕਰਨ ਦਾ ਤੁਰਕਾਂ ਨੇ ਫੈਸਲਾ ਕੀਤਾ। ਵਿਖਾਉਣਾ ਚਾਹੁੰਦੇ ਸਨ ਵੀ ਜਿਹੜੀ ਸਰਹੰਦ ਦੇ ਵਿੱਚ ਖਾਲਸੇ ਨੇ ਸਾਨੂੰ ਕਹਿੰਦੇ ਵੀ ਰੋਲਿਆ ਹੈ, ਖਾਲਸੇ ਨੇ ਸਾਡੇ ਘਰ ਘਾੜ ਲੁੱਟੇ ਨੇ, ਅਸੀਂ ਵਿਖਾਉਣਾ ਚਾਹੁੰਦੇ ਆ ਵੀ ਉਹਨਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਉਸੇ ਸਰਹੰਦ ਦੇ ਵਿੱਚ ਦੀ ਲੈ ਕੇ ਜਾ ਰਹੇ ਹਾਂ। ਆਪਣਾ ਪ੍ਰਤਾਪ ਵਿਖਾਉਣਾ ਚਾਹੁੰਦੇ ਨੇ। ਜਿਨਕੇ ਸਿੰਘਨ ਘਰ ਲੁੱਟੇ ਤਬ ਦੇਖਦੇ ਉਨਗਾ। ਜਦੋਂ ਸਿੰਘਾਂ ਨੂੰ ਬਾਜ਼ਾਰਾਂ ਵਿੱਚੋਂ ਲੈ ਕੇ ਗਏ ਤੇ ਖਾਲਸੇ ਨੇ ਜਿਨ੍ਹਾਂ ਤੁਰਕਾਂ ਨੂੰ ਸੋਧਾ ਲਾਇਆ ਸੀ, ਜਿਨ੍ਹਾਂ ਨਵਾਬਾਂ ਪਠਾਣਾ ਦੇ ਘਰ ਲੁੱਟੇ ਸਨ ਸਰਹੰਦ ਦੇ ਵਿੱਚ ਆ ਕੇ,
ਹੁਣ ਉਹਨਾਂ ਦੇ ਪਰਿਵਾਰ ਦੇ ਲੋਕ ਖਲੋਤੇ ਨੇ, ਤਮਾਸ਼ਾ ਵੇਖ ਰਹੇ ਨੇ ਤੇ ਸਿੰਘਾਂ ਨੂੰ ਵੇਖ ਕੇ ਗਾਲਾਂ ਕੱਢਦੇ ਹਨ। ਆਓ ਪਈ ਸ਼ਬਦ ਖੜਕ ਸਿੰਘ ਜਾਹੇ ਬਾਜ਼ਾਰ। ਗੁਰੂ ਮਹਾਰਾਜ ਦੇ ਸਿੰਘ ਅੜੋਲ ਹਨ ਤੇ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਹੋਇਆਂ ਬਾਜ਼ਾਰਾਂ ਦੇ ਵਿੱਚੋਂ ਦੀ ਜਾ ਰਹੇ ਨੇ। ਲੋਕ ਦੇਖੀ ਉਹਨਾਂ ਦੇਵੈ ਗਾਲ। ਤੇ ਸਿੰਘਾਂ ਨੂੰ ਵੇਖ ਵੇਖ ਕਰਕੇ ਜਿਹੜੇ ਪਠਾਨ ਲੋਕ, ਜਿਹੜੇ ਤੁਰਕ ਲੋਕ ਆ, ਉਹ ਗਾਲਾਂ ਕੱਢਦੇ ਨੇ। ਜਿਨ੍ਹਾਂ ਦੇ ਸਰਹੱਦ ਦੇ ਵਿੱਚ ਕੋਈ ਆਪਣੇ ਰਿਸ਼ਤੇਦਾਰ ਮਰੇ ਸਨ, ਜਿਨ੍ਹਾਂ ਦੇ ਘਰ ਘਾੜ ਖਾਲਸੇ ਨੇ ਲੁੱਟੇ ਸਨ, ਉਹ ਗਾਲਾਂ ਕੱਢਦੇ ਹਨ ਵੇਖ ਕਰਕੇ। ਸਿੰਘਨ ਕਪ ਨਿਜ ਬਾਨ ਬਿਸਾਰੇ। ਇਹਦੇ ਭਾਵੇਂ ਸਿੰਘ ਗ੍ਰਿਫਤਾਰ ਹਨ, ਸੰਗਲਾਂ ਦੇ ਨਾਲ ਘੁੱਟ-ਘੁੱਟ ਕੇ ਬੰਨੇ ਹੋਏ ਨੇ ਪੈਰ ਹੱਥ, ਪਰ ਖਾਲਸਾ ਆਪਣੀ ਆਦਤ ਕਦੋਂ ਛੱਡਦਾ ਹੈ? ਜਿਹੜੀ ਆਦਤ 10ਵੇਂ ਪਾਤਸ਼ਾਹ ਨੇ ਬਖਸ਼ੀ ਆ ਵੀ ਜੇ ਕੋ ਮਾਰੈ ਈਟ ਢੀਮ ਪਾਥਰ ਹਨੈ ਰਸਾਏ, ਵੀ ਜੇ ਕੋਈ ਇੱਟ ਢੀਮ ਮਾਰੇ ਨਾ ਖਾਲਸੇ ਵੱਲ, ਕਹਿੰਦੇ ਫੜ ਕੇ ਪੱਥਰ ਉਹਦੇ ਸਿਰ 'ਚ ਮਾਰ ਕੇ ਖੜਬਾਨਾ ਉਹਦਾ ਖੋਲ ਦੇ ਕਰਾਂ। ਤੇ ਸਿੰਘ ਭਾਵੇਂ ਕਹਿੰਦੇ ਜਾ ਰਹੇ ਨੇ, ਲੋਕ ਗਾਲਾਂ ਕੱਢ ਰਹੇ ਨੇ, ਪਰ ਖਾਲਸਾ ਵੀ ਕਿਹੜਾ ਆਪਣੀ ਆਦਤ ਛੱਡਦਾ ਏ। ਆਪ ਕਿਸੇ ਅੱਗੇ ਝੁਕਦੇ ਨਹੀਂ, ਕਿਸੇ ਦੇ ਅੱਗੇ ਨੱਪਦੇ ਨਹੀਂ ਹਨ। ਇੱਕ ਕੀ 100 ਸਿੰਘ ਦੇਵੈ ਗਾਲੀ। ਜੇ ਕੋਈ ਸਿੰਘਾਂ ਨੂੰ ਵਧਿਆ ਹੋਇਆ ਵੇਖ ਕੇ ਵੀ ਇਹਦੇ ਹੁਣ ਗ੍ਰਿਫਤਾਰ ਹੀ ਆ, ਵੀ ਸਾਨੂੰ ਕੀ ਕਰ ਲੈਣਗੇ, ਜੇ ਕੋਈ ਇੱਕ ਗਾਲ ਕੱਢਦਾ ਨਾ ਤੇ ਫਿਰ ਸਿੰਘ ਉਹਨੂੰ 100 ਗਾਲਾਂ ਕੱਢ ਕੇ ਜਵਾਬ ਦਿੰਦੇ ਨੇ, ਉਹ ਤੁਰਕੜਿਆ ਮੁਸਲਿਆ ਠਹਿਰ ਜਾ ਇੱਥੇ ਪਾਪੀਆ। ਫਿਰ ਸ਼ਹਿਰੀ ਅੜ ਢੀਮਰ ਡਹੇ। ਜਦੋਂ ਸਿੰਘ ਵੀ ਅੱਗੋਂ ਗਾਲਾਂ ਕੱਢਣ ਲੱਗ ਪਏ ਤੇ ਜਿਹੜੇ ਸ਼ਹਿਰ ਦੇ ਵਿੱਚ ਕੁਝ ਲੋਕ ਸਨ, ਜਿਹੜੇ ਤੁਰਕ ਸਨ, ਇਹਨਾਂ ਨੇ ਢੀਮਾਂ ਫੜ ਕੇ, ਰੋੜੇ ਫੜ ਕੇ ਸਿੰਘਾਂ ਦੇ ਮਾਰਨੇ ਸ਼ੁਰੂ ਕੀਤੇ। ਹਮਰੇ ਘਰ ਤੁਮ ਲੂਟ ਸੁਲਏ। ਕਹਿੰਦੇ ਹਨ, ਸਿੱਖੜਿਓ ਤੁਸੀਂ ਸਾਡੇ ਘਰ ਲੁੱਟੇ ਹਨ, ਸਾਡਾ ਕਹਿੰਦੇ ਸਾਰਾ ਕੋਈ ਬਰਬਾਦ ਕਰ ਦਿੱਤਾ। ਸਿੰਘ ਕਹੈ ਹਮ ਅਬ ਕਬ ਟਲੇ। ਤੇ ਅੱਗੋਂ ਜਵਾਬ ਦਿੰਦੇ ਆ ਸਿੰਘ, ਕਹਿੰਦੇ ਆ ਉਹ ਮੁਸਲਿਓ, ਜੇ ਸਾਡੇ ਹੁਣੇ ਹੱਥ ਖੋਲ ਦੇਣਾ ਤੇ ਅਸੀਂ ਹੁਣ ਕਿਹੜਾ ਟਲਣਾ, ਤੁਹਾਨੂੰ ਤੁਰਕਾਂ ਨੂੰ ਫੇਰ ਵੀ ਲੁੱਟਾਂਗੇ। ਵੀ ਜੇ ਅਸੀਂ ਪਹਿਲਾਂ ਲੁੱਟਦੇ ਰਹੇ ਆ, ਵੀ ਤੁਹਾਨੂੰ ਕੀ ਲੱਗਦਾ ਵੀ ਹੁਣ ਫੜੇ ਗਏ ਤੇ ਹਟ ਜਾਾਂਗੇ? ਅੱਗੋਂ ਖਾਲਸੇ ਠੋਕਵਾਂ ਜਵਾਬ ਦਿੰਦੇ ਨੇ, ਕਹਿੰਦੇ ਮੌਕਾ ਮਿਲਿਆ ਤੇ ਤੁਹਾਨੂੰ ਫੇਰ ਲੁੱਟਾਂਗੇ। ਅੱਗੇ ਤੇ ਤੁਹਾਡੀ ਸਰਹੰਦ ਜਿਹੜੀ ਆ ਉਹ ਮਲੀਆ ਮੇਟ ਨਹੀਂ ਕੀਤੀ, ਜਦੋਂ ਫੇਰ ਆਵਾਂਗੇ ਤੇ ਇਹਦੀਆਂ ਨੀਹਾਂ ਵੀ ਪੁੱਟ ਕੇ ਸਤਲੁਜ ਦੇ ਵਿੱਚ ਸੁੱਟਾਂਗੇ। ਇੱਕ ਪੜ ਕੱਢਿਆ ਤੇ ਪਏ ਖਲੇ। ਇਹ ਸਾਧ ਸੰਗਤ ਜਿਹੜੇ ਸਿੰਘ ਆ ਨਾ, ਭਾਵੇਂ ਵੇਖ ਲੋ ਹੱਥਾਂ ਨੂੰ ਹੱਥ ਕੜੀਆਂ ਦੇ, ਪੈਰਾਂ ਨੂੰ ਜੰਜੀਰਾਂ ਨੇ, ਤੇ ਜਦੋਂ ਵੇਖਿਆ ਵੀ ਲੋਕ ਵੱਟੇ ਮਾਰਦੇ ਆ, ਸਿੰਘਾਂ ਨੇ ਗੱਡਿਆਂ ਤੋਂ ਛਾਲਾਂ ਮਾਰਤੀਆਂ ਤੇ ਛਾਲ ਮਾਰ ਕੇ ਕਹਿੰਦੇ ਵੀ ਤੁਰਕ ਜਿਹੜੇ ਗਾਲਾਂ ਕੱਢ ਰਹੇ ਸੀ, ਸਿੰਘ ਉਧਰ ਨੂੰ ਹੋ ਤੁਰੇ, ਆਪਣੀਆਂ ਬੇੜੀਆਂ ਦੇ ਨਾਲ ਹੀ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਮਰਨ ਕੀਓ ਥੋ ਸਿੰਘਨ ਪ੍ਰਵਾਨ। ਕਿਉਂਕਿ ਸਿੰਘਾਂ ਨੇ ਮਰਨਾ ਪ੍ਰਵਾਨ ਕਰ ਦਿੱਤਾ ਸੀ। ਮਹਾਰਾਜ ਸਾਹਿਬ ਦੇ ਸੂਰਮਿਆਂ ਨੇ ਆਪਣੀ ਸ਼ਹੀਦੀ ਵਾਸਤੇ ਮਾਨੋ ਕਾਗਜ਼ ਤੇ ਦਸਤਖਤ ਕਰ ਦਿੱਤੇ ਨੇ ਵੀ ਸਾਨੂੰ ਮੌਤ ਕਬੂਲ ਪ੍ਰਵਾਨ ਹੈ। ਤੇ ਜਿਹੜੇ ਸਿੰਘਾਂ ਨੂੰ ਕੈਦ ਵਿੱਚ ਵੇਖ ਕੇ ਰੋੜਾ ਵੱਟਾ ਮਾਰਦੇ ਸੀ, ਸਿੰਘ ਗੱਡਿਆਂ ਤੋਂ ਛਾਲਾਂ ਮਾਰ ਕੇ ਉਹਨਾਂ ਨਾਲ ਲੜਨ ਲੱਗ ਪਏ। ਸਿੰਘ ਛੱਡਤ ਦੰਗੇ ਕੀ ਬਾਤ। ਕਿਉਂਕਿ ਗੁਰੂ ਮਹਾਰਾਜ ਨੇ ਐਸਾ ਖਾਲਸਾ ਤੇ ਬਣਾਇਆ ਹੈ ਵੀ ਇਹ ਦੰਗੇ ਦੀ ਆਦਤ ਨਹੀਂ ਛੱਡਦੇ। ਦੰਗੇ ਤੋਂ ਭਾਵ ਇੱਥੇ ਕੀ ਆ ਵੀ ਧਰਮ ਯੁੱਧ ਤੋਂ ਨਹੀਂ ਪਿਛਾਂ ਹਟਦੇ। ਸਿੰਘ ਭਾਵੇਂ ਬੇੜੀਆਂ ਦੇ ਵਿੱਚ ਹਨ, ਫੇਰ ਵੀ ਉਹਨਾਂ ਤੁਰਕਾਂ ਦੇ ਨਾਲ ਜੰਗ ਯੁੱਧ ਕਰੀ ਜਾਂਦੇ ਨੇ। ਸਾਧ ਸੰਗਤ ਜੀ, ਜੇ ਇਹ ਸਮਝਣਾ ਹੋਵੇ ਨਾ ਵੀ ਕਿਵੇਂ ਉਦੋਂ ਬੇੜੀਆਂ 'ਚ ਵੱਜੇ ਵੀ ਜਿਹੜੇ ਸਿੰਘ ਤੁਰਕਾਂ ਦੇ ਹਮਲਾ ਕਰ ਰਹੇ ਨੇ। ਤੇ ਆ ਪਿੱਛੇ ਜੇ ਇੱਕ ਵੀਡੀਓ ਆਈ ਸੀ, ਕੁਝ ਸਾਲ ਹੋਏ, ਪੰਥ ਦੇ ਮਹਾਨ ਜਰਨੈਲ ਭਾਈ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਨੂੰ ਤਰੀਕ ਤੇ ਲੈ ਕੇ ਆ ਰਹੇ ਸੀ ਪੁਲਿਸ ਵਾਲੇ, ਹੱਥ ਘੜੀਆਂ ਲੱਗੀਆਂ ਨੇ, ਚੰਗੀ ਤਰ੍ਹਾਂ ਬੰਨਿਆ, ਤੇ ਇੱਕ ਕੋਈ ਬਾਹਮਣ ਆਇਆ ਤੇ ਭਾਈ ਸਾਹਿਬ ਦੇ ਹਮਲਾ ਕਰਨ ਲੱਗਾ, ਚਪੇੜ ਮਾਰਨ ਲੱਗਾ, ਉਹਦੇ ਨੇੜੇ ਨਹੀਂ ਆਇਆ। ਪਰ ਬੇੜੀਆਂ ਵਿੱਚ ਜਕੜੇ ਹੋਏ ਭਾਈ ਜਗਤਾਰ ਸਿੰਘ ਹਵਾਰਾ ਨੇ ਉਲਟਾ ਉਹਦੇ ਬੂਥੇ ਤੇ ਚਪੇੜ ਮਾਰ ਕੇ ਤੇ ਉਹਦੇ ਦੰਦ ਭੰਨਦੇ ਸਨ। ਇਦਾਂ ਸਿੰਘ ਜਦੋਂ ਸਰਹੰਦ ਦੇ ਵਿੱਚ ਵੀ ਆਏ ਸੀ ਨਾ, ਤੇ ਵੱਜੇ ਸਨ ਸੰਗਲਾਂ ਦੇ ਨਾਲ, ਤੇ ਤੁਰਕ ਮਾਰਦੇ ਸੀ ਢੀਮਾਂ, ਤੇ ਸਿੰਘ ਗੱਡਿਆਂ ਤੋਂ ਛਾਲਾਂ ਮਾਰ ਕੇ ਵਧੇ ਵਧਾਏ ਸਿੱਧੇ ਹੋ ਗਏ, ਤੇ ਉਹਨਾਂ ਬੇੜੀਆਂ ਦੇ ਨਾਲ ਹੀ ਕਈਆਂ ਦੇ ਦੰਦ ਭੰਨ ਦਿੱਤੇ, ਕਈਆਂ ਦੇ ਮੂੰਹ ਭੰਨ ਦਿੱਤੇ। ਕਿਉਂਕਿ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਸਿੰਘ ਧਰਮ ਯੁੱਧ ਕਰਨਾ ਨਹੀਂ ਛੱਡਦੇ, ਭਾਵੇਂ ਕੈਦ ਵਿੱਚ ਵੀ ਹੋਣੇ, ਆਪਣੀ ਆਦਤ ਨਹੀਂ ਛੱਡਦੇ। ਗੰਗਾ ਸਿੰਘਨ ਜਾਤ ਸੋ ਗੋਤ। ਕਿਉਂਕਿ ਦੁਨੀਆ ਦੇ ਹਰ ਇੱਕ ਬੰਦੇ ਦੀ ਇੱਕ ਜਾਤ ਹੁੰਦੀ ਹੈ ਤੇ ਇੱਕ ਗੋਤ ਹੁੰਦੀ ਹੈ। ਸਿੰਘਾਂ ਦੀ ਵੀ ਜਾਤ ਹੈਗੀ ਹੈ ਤੇ ਗੋਤ ਉਹ ਕਿਹੜੀ ਹੈ? ਕਹਿੰਦੇ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਇਹਨੂੰ ਸਤਿਗੁਰ ਤੇ ਮੰਗਾ। ਕਹਿੰਦੇ ਵੀ ਧਰਮ ਵਾਸਤੇ ਲੜਨਾ ਤੇ ਮਰਨਾ
ਇਹ ਕਹਿੰਦੇ ਵੀ ਸਿੰਘਾਂ ਦੀ ਜਾਤ ਗੋਤ ਹੈ। ਤੇ ਇਹ ਜੰਗ ਜੁੱਧ ਜਿਹੜੇ ਨੇ ਨਾ, ਇਹ ਹੱਥ ਜੋੜ ਕੇ ਕਲਗੀਧਰ ਮਹਾਰਾਜ ਕੋਈ ਨਾ ਮੰਗੇ ਆ। ਅੱਗੇ ਜਾ ਕੇ ਉਹ ਸਾਖੀ ਆਵੇਗੀ ਜਿੱਥੇ ਬਚਨ ਲਿਖੇ ਨੇ ਵੀ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਇਹਨ ਸਤਿਗੁਰ ਤੇ ਮੰਗਾ। ਖਾਲਸੇ ਨੇ ਤਾਂ ਆਪ ਮੰਗਿਆ। ਆਪਾਂ ਆਉਂਦੇ ਆ ਨਾ ਇੱਥੇ ਮਹਾਰਾਜ ਦੇ ਅੱਗੇ, ਹਰ ਕੋਈ ਕੁਝ ਨਾ ਕੁਝ ਮੰਗਦਾ ਹੈ। ਮਹਾਰਾਜ ਸਾਨੂੰ ਦੁੱਧ ਦਿਓ, ਪੁੱਤ ਦਿਓ। ਕੋਈ ਕਹਿੰਦਾ ਵੀ ਬਾਹਰ ਚਲੇ ਜਾਈਏ, ਕੋਈ ਕਹਿੰਦਾ ਕਾਰੋਬਾਰ ਚੱਲੇ, ਕੋਈ ਕੁਝ ਕਹਿੰਦਾ ਹੈ। ਤੇ ਖਾਲਸੇ ਨੇ ਕਿਹਾ ਸੀ 10ਵੇਂ ਪਾਤਸ਼ਾਹ ਨੂੰ, ਮਹਾਰਾਜ ਸਾਡੇ ਗਲ ਵਿੱਚ ਲੜਾਈਆਂ ਪਾ ਦਿਓ, ਅਸੀਂ ਜੰਗ ਜੁੱਧ ਕਰਦੇ ਰਹੀਏ, ਕਿਤੇ ਵਿਹਲੇ ਨਾ ਬੈਠੇ ਰਹੀਏ। ਇਹ ਗੁਰੂ ਕੇ ਸਿੰਘਾਂ ਨੇ ਲੜਾਈਆਂ ਧਰਮ ਜੁੱਧ ਆਪ ਮੰਗ ਕੇ ਲਿਆ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਵੀ ਦੰਗਾ ਸਿੰਘਨ ਜਾਤ ਸੁਗੋਤ, ਸਿੰਘਾਂ ਦੀ ਜਾਤ ਤੇ ਗੋਤ ਇਹੀ ਹੈ ਜਿਹੜਾ ਦੰਗਾ ਕਰਨਾ। ਦੰਗੇ ਤੋਂ ਭਾਵ ਇਹ ਨਹੀਂ ਜਿੱਦਾਂ ਅੱਜ ਕੱਲ੍ਹ ਇੱਕ ਸਮੁਦਾਇ ਦੇ ਲੋਕ ਦੂਜੇ ਸਮੁਦਾਇ ਤੇ ਜਾ ਕੇ ਪੈਂਦੇ। ਦੰਗੇ ਤੋਂ ਭਾਵ ਧਰਮ ਵਾਸਤੇ ਯੁੱਧ ਕਰਨਾ। ਦੰਗਾ ਸਿੰਘਨ ਕੀ ਓਤ ਪੋਤ, ਕਹਿੰਦੇ ਵੀ ਜਿਵੇਂ ਤਾਣਾ ਪੇਟਾ ਹੁੰਦਾ ਨਾ ਮੰਜੇ ਦਾ, ਇੱਕ ਦੂਜੇ ਦੇ ਵਿੱਚ ਹੀ ਰੱਸੀਆਂ ਮਿਲੀਆਂ ਹੁੰਦੀਆਂ, ਇਹਦਾ ਕਹਿੰਦੇ ਜੰਗ ਕਰਨਾ ਇਹਦਾ ਸਿੰਘਾਂ ਦੇ ਰੋਮ ਰੋਮ ਦੇ ਵਿੱਚ ਵਸਿਆ ਹੋਇਆ। ਗੁਰੂ ਕਾ ਖਾਲਸਾ ਭਾਵੇਂ ਕੈਦ ਦੇ ਵਿੱਚ ਵੀ ਹੋਵੇ, ਫੇਰ ਵੀ ਇਹ ਧਰਮ ਵਾਸਤੇ ਲੱਤਾਂ ਪੈਰ ਮਾਰਦੇ ਨੇ, ਜੰਗ ਕਰਦੇ ਨੇ। ਦੰਗਿਓਂ ਸਿੰਘ ਗੁਜਰ ਕਬ ਹੋਏ, ਮੁੱਖ ਦੀ ਗੱਲ ਇਹ ਵੀ ਜੰਗ ਕੀਤੇ ਤੋਂ ਬਗੈਰ ਸਿੰਘਾਂ ਦਾ ਗੁਜ਼ਾਰਾ ਹੀ ਕਿੱਥੇ ਹੁੰਦਾ ਹੈ। ਖਾਲਸੇ ਨੂੰ ਤੇ ਪ੍ਰਸ਼ਾਦਾ ਹੀ ਨਹੀਂ ਹਜਮ ਹੁੰਦਾ ਜਿੰਨਾ ਚਿਰ ਧਰਮ ਵਾਸਤੇ ਜੰਗ ਨਾ ਕਰ ਲੈਣ। ਦੰਗਾ ਜੋ ਸਿੰਘ ਪਏ ਸੋਏ, ਜਿਹੜੇ ਗੁਰੂ ਕੇ ਸਿੰਘ ਆ ਉਹ ਦੰਗਾ ਕਰਦੇ ਨੇ। ਇੱਕ ਉਹ ਲੋਕ ਹੁੰਦੇ ਆ ਜਿਹੜੇ ਹੱਥ ਜੋੜ ਕੇ, ਪੈਰ ਜੋੜ ਕੇ, ਚਾਪਲੂਸੀਆਂ ਕਰਕੇ, ਤਰਲੇ ਮਿੰਨਤਾਂ ਕਰਕੇ ਸਮਾਂ ਲਗਾਉਂਦੇ ਆ। ਇੱਕ ਉਹ ਹੁੰਦੇ ਆ ਜਿਹੜੇ ਅੱਖਾਂ ਕੱਢ ਕੇ ਵੇਰ ਕੇ ਖਲੋ ਜਾਂਦੇ ਆ ਵੀ ਅਸੀਂ ਨਹੀਂ ਤੇਰੇ ਤੋਂ ਡਰਦੇ, ਕਿਉਂਕਿ ਇਹ ਖਾਲਸੇ ਦੇ ਖੂਨ ਦੇ ਵਿੱਚ ਹੈ। ਇਦਾਂ ਜੇ ਕੋਈ ਆਖੇ ਨਾ ਵੀ ਇਦਾਂ ਇਹ ਕਰਦਾ ਏ, ਕੁਝ ਲੋਕਾਂ ਨੂੰ ਹੁੰਦਾ ਵੀ ਇਹ ਸਾਡੀਆਂ ਜੁੱਤੀਆਂ ਚੱਟਣ, ਸਾਡੇ ਚਾਪਲੂਸੀਆਂ ਕਰਨ, ਪਰ ਖਾਲਸੇ ਅੰਦਰ ਲਹੂ ਹੀ ਮਹਾਰਾਜ ਨੇ ਇਹੋ ਜਿਹਾ ਭਰਿਆ। ਸਿੰਘਾਂ ਦੀਆਂ ਰਗਾਂ ਦੇ ਵਿੱਚ ਖੂਨ ਹੈ। ਜਿਹੜੇ ਸਿੰਘਾਂ ਦੇ ਨਹੀਂ ਹੋਣਗੇ ਉਹ ਭਾਵੇਂ ਜੁੱਤੀਆਂ ਚੱਟਣ, ਪਰ ਜਿਹੜੇ ਖਾਲਸੇ ਦੇ, ਜਿਨ੍ਹਾਂ ਦੀਆਂ ਰਗਾਂ ਦੇ ਵਿੱਚ ਖਾਲਸੇ ਵਾਲਾ ਖੂਨ ਹੈ, ਜਿਨ੍ਹਾਂ ਦੀਆਂ ਪੀੜ੍ਹੀਆਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਕਰਦੀਆਂ ਲੰਘੀਆਂ ਨੇ, ਉਹ ਜੁੱਤੀਆਂ ਨਹੀਂ ਚੱਟਦੇ, ਉਹ ਸਗੋਂ ਜੰਗ ਕਰਦੇ ਨੇ। ਉਹ ਅੱਗੋਂ ਅੱਖਾਂ ਕੱਢਦੇ ਨੇ, ਭਾਵੇਂ ਉਹਨਾਂ ਨੂੰ ਕੋਈ ਜੇਲ੍ਹ ਵਿੱਚ ਪਾ ਦੇ, ਕੈਦ ਵਿੱਚ ਪਾ ਦੇ, ਭਾਵੇਂ ਰੱਸਿਆਂ ਤੇ ਟੰਗ ਦੇ, ਕਹਿੰਦੇ ਵੀ ਸਿੰਘ ਫੇਰ ਵੀ ਲੜਨ ਤੋਂ ਮਰਨ ਤੋਂ ਪਿਛਾਂਹ ਨਹੀਂ ਹਟਦੇ। ਬਘਿਆੜ ਔ ਬਹਿਰੀ ਬਾਜ, ਜੇ ਕੋਈ ਪੁੱਛੇ ਵੀ ਸਿੰਘ ਏਦਾਂ ਕਿਉਂ ਕਰਦੇ ਆ, ਤੇ ਕਹਿੰਦੇ ਵੀ ਵੇਖ ਲਓ ਵੀ ਜਿਹੜਾ ਬੱਬਰ ਸ਼ੇਰ ਹੁੰਦਾ ਏ, ਬਘਿਆੜ ਹੁੰਦਾ ਏ, ਬਾਜ ਹੁੰਦਾ ਏ, ਤੇ ਇੱਕ ਬਹਿਰੀ ਬਾਜ ਦੀ ਕਿਸਮ ਦਾ ਜਿਹੜਾ ਪੰਛੀ ਹੁੰਦਾ ਏ। ਦੰਗਿਓਂ ਕਬ ਹੋਏ ਇਨਕਾਜ, ਇਹ ਬਿਨਾਂ ਜੰਗ ਕੀਤਿਆਂ ਖਾ ਸਕਦੇ ਆ। ਇਹਨਾਂ ਨੂੰ ਤੇ ਰੋਜ਼ ਜੰਗ ਕਰਨਾ ਹੀ ਪੈਂਦਾ ਏ। ਸ਼ੇਰ ਨੂੰ ਵੀ ਜੰਗ ਕਰਨਾ ਪੈਂਦਾ, ਬਘਿਆੜ ਨੂੰ ਵੀ ਜੰਗ ਕਰਨਾ ਪੈਂਦਾ, ਬਾਜਾਂ ਨੂੰ ਵੀ ਕਹਿੰਦੇ ਜੰਗ ਕਰਨਾ ਪੈਂਦਾ। ਇਹਨਾਂ ਨੂੰ ਬਿਨਾਂ ਜੰਗ ਕੀਤਿਆਂ ਰੋਟੀ ਨਹੀਂ ਮਿਲਣੀ। ਰੱਬ ਨੇ ਇਹਨਾਂ ਦਾ ਖਾਣਾ ਦਾਣਾ ਹੀ ਏਦਾਂ ਬਣਾਇਆ ਵੀ ਪਹਿਲਾਂ ਜੰਗ ਕਰੋ ਤੇ ਫਿਰ ਖਾਓ। ਬਾਜ ਨੂੰ ਵੀ ਯੁੱਧ ਕਰਨਾ ਪਏਗਾ, ਬਘਿਆੜ ਨੂੰ ਵੀ ਤੇ ਸ਼ੇਰ ਨੂੰ ਵੀ। ਇਸ ਕਰਕੇ ਜਿਹੜੇ ਗੁਰੂ ਕੇ ਖਾਲਸੇ ਨੇ, ਜਿਹੜੇ ਗੁਰੂ ਕੇ ਸਿੰਘ ਹਨ, ਉਹ ਵੀ ਇਹਨਾਂ ਦੀ ਤਰ੍ਹਾਂ ਕਹਿੰਦੇ ਧਰਮ ਦੇ ਵਾਸਤੇ ਜੰਗ ਜੁੱਧ ਕਰਦੇ ਹੀ ਰਹਿੰਦੇ ਹਨ। ਬਿਨ ਦੰਗਿਓਂ ਕਬ ਹੋਏ ਇਨਕਾਜ, ਕਹਿੰਦੇ ਜੰਗ ਕੀਤੇ ਤੋਂ ਬਗੈਰ ਜਿਵੇਂ ਸ਼ੇਰ ਦਾ ਕੰਮ ਨਹੀਂ ਸਰਦਾ, ਇਸੇ ਤਰ੍ਹਾਂ ਖਾਲਸਾ ਧਰਮ ਜੁੱਧ ਤੋਂ ਬਗੈਰ ਨਹੀਂ ਬਚਦਾ। ਹੁਤੀ ਸੀਰਣੀ ਜੇ ਹਟੀ ਸਿੰਘ, ਤਪ ਸੁਤਹਿ ਗਿਰ ਪਾਏ। ਹੁਤੀ ਸੀਰਣੀ ਜਿਹੇ ਹੱਡੀ, ਕਹਿੰਦੇ ਵੀ ਜਦੋਂ ਬਾਜ਼ਾਰ ਦੇ ਵਿੱਚ ਨਹੀਂ ਲੈ ਕੇ ਗਏ ਨਾ ਸਰਹੰਦ ਦੇ ਅੰਦਰ, ਤੇ ਜਿਹੜੀਆਂ ਹੱਡੀਆਂ ਦੇ ਉੱਤੇ ਮਠਿਆਈਆਂ ਪਈਆਂ ਸੀ, ਵੇਖ ਕੇ ਸਿੰਘਾਂ ਨੇ ਮਾਰੀਆਂ ਗੱਡਿਆਂ ਚੋਂ ਛਾਲਾਂ ਤੇ ਉਤਰ ਕੇ, ਤੇ ਕਹਿੰਦੇ ਵੀ ਇੱਕ ਇੱਕ ਹੱਥ ਸਿੰਘਾਂ ਦਾ ਖਾਲੀ ਸੀ, ਉਹਦੇ ਨਾਲ ਮਠਿਆਈਆਂ ਲੈ ਕੇ ਛਕ ਛਕਾ ਲਈਆਂ। ਭਾਰਤ ਕੂਟਤ ਲੋਕ ਉਨ ਰੜੋ ਮਚਾਵਤ ਜਾਏ। ਤੇ ਜਦੋਂ ਸਿੰਘਾਂ ਨੇ ਜਾ ਕੇ ਤਾਂ ਛੇ ਪੰਜਾ ਮਾਰਿਆ, ਦੁਕਾਨਾਂ ਲੁੱਟੀਆਂ, ਵੱਜਿਆਂ ਬੁਝਾਇਆ ਨੇ, ਤੇ ਉਹ ਲੋਕ ਇਕੱਠੇ ਹੋ ਗਏ, ਸਿਪਾਹੀ ਵੀ ਇਕੱਠੇ ਹੋ ਗਏ, ਹਲਵਾਈ ਵੀ ਖੁਰਪੇ ਲੈ ਕੇ ਅੱਗੋਂ ਪੈ ਗਏ, ਸਿੰਘਾਂ ਨੂੰ ਮਾਰਦੇ ਆ, ਕੁੱਟਦੇ ਆ। ਤੇ ਕਹਿੰਦੇ ਖਾਲਸੇ ਫੇਰ ਵੀ ਉਹਨਾਂ ਦੇ ਨਾਲ ਜੰਗ ਕਰੀ ਜਾਂਦੇ ਆ, ਬੇੜੀਆਂ 'ਚ ਬੱਧੇ ਹੋਏ ਵੀ ਉਹਨਾਂ ਦੇ ਨਾਲ ਯੁੱਧ ਕਰੀ ਜਾਂਦੇ ਆ, ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਇਹ ਦੱਸਦੇ ਆ ਵੀ ਤੁਸੀਂ ਕਹਿੰਦੇ ਹੋ ਵੀ ਸਾਨੂੰ ਲੁੱਟਿਆ ਹੈ, ਪਹਿਲਾਂ ਕਹਿੰਦੇ ਅਸੀਂ ਤੇ ਹੁਣ ਵੀ ਤੁਹਾਨੂੰ ਲੁੱਟਾਂਗੇ, ਭਾਵੇਂ ਬੇੜੀਆਂ 'ਚ ਵੱਜੇ ਹਾਂ। ਜਾਓ ਭਈ ਸਿਪਾਹੀਆਂ ਸੋਟੇ ਮਾਰ ਲੈ ਘੇਰ। ਅੱਜ ਜਦੋਂ ਸਿੰਘਾਂ ਨੇ ਇਦਾਂ, ਇੱਕ ਨੇ ਗੱਡਿਆਂ ਤੋਂ ਛਾਲ ਮਾਰੀ, ਦੋ ਹੋਰ ਆਏ, ਸਾਰਿਆਂ ਨੇ ਛਾਲਾਂ ਮਾਰੀਆਂ ਹੱਡੀਆਂ ਵੇਖ ਕੇ, ਤੇ ਮਠਿਆਈਆਂ ਚੁੱਕ ਲੀਆਂ। ਜਿਹਨੂੰ ਵੇਖ ਕੇ ਜਿਹੜੇ ਸਿਪਾਹੀ ਸੀ ਨਾ,
ਉਹ ਛੋਟੇ ਲੈ ਕੇ ਸਿੰਘਾਂ ਦੇ ਉੱਤੇ ਮਾਰਨ ਲੱਗ ਪਏ, ਹਮਲਾ ਕਰ ਲਿਆ ਘੇਰ ਕੇ। ਕਈ ਸਿੰਘ ਭਏ ਪ੍ਰਾਣ ਬਗੇਰ। ਹੁਣ ਜਿਹੜੇ ਸਿੰਘ ਸਨ ਉਹਨਾਂ ਦੇ ਪ੍ਰਾਣ ਕਿੱਥੇ ਸੀ? ਗੜੀ ਦੇ ਵਿੱਚ ਕਈ ਦਿਨਾਂ ਦੇ ਭੁੱਖੇ ਰਹਿ ਕੇ ਤੇ ਮਰਨ ਕਿਨਾਰੇ ਤਾਂ ਪਏ ਸਨ ਪਹਿਲਾਂ ਹੀ। ਤੇ ਜਦੋਂ ਸਿੰਘਾਂ ਦੇ ਛੋਟੇ ਮਾਰੇ ਤੇ ਸਿੰਘ ਤਾਂ ਆਪਣੇ ਹੱਥ ਦੇ ਨਾਲ ਸਿਦਕ ਦੇ ਨਾਲ ਹੀ ਤੁਰੇ ਫਿਰਦੇ ਸੀ, ਸਰੀਰ ਦਾ ਤੇ ਉਹਨਾਂ ਦੇ ਅੰਦਰ ਕੋਈ ਬਲ ਨਹੀਂ ਬਚਿਆ। ਪਰ ਫਿਰ ਵੀ ਸਿੰਘ ਜਿਹੜੇ ਸੀ ਉਹ ਆਪਣੀ ਅਣਖ ਵਿਖਾ ਰਹੇ। ਕਈਆਂ ਨੇ ਇੱਥੇ ਲੜਦਿਆਂ ਹੋਇਆਂ ਹੀ ਸ਼ਹੀਦੀਆਂ ਪਾ ਲਈਆਂ, ਕਿਉਂਕਿ ਇਹਨਾਂ ਦੇ ਮਨ 'ਚ ਇਹ ਸੀ ਵੀ ਦਿੱਲੀ ਜਾ ਕੇ ਵੀ ਸ਼ਹੀਦ ਹੋਣਾ ਹੀ ਹੈ। ਜੇ ਰਾਹ ਦੇ ਵਿੱਚ ਕੋਈ ਸ਼ਹੀਦੀ ਹੋ ਜਾਏਗੀ ਤੇ ਉਹਦੇ ਨਾਲ ਕਿਹੜੀ ਸਾਡੀ ਬਹਾਦਰੀ ਘਟ ਚੱਲੀ ਹੈ। ਕਹਤੇ ਤੁਰ ਫਿਰ ਸ਼ਰਨ ਬਾਰ। ਜਦੋਂ ਸਿੰਘਾਂ ਨੇ ਏਦਾਂ ਸਰਹੰਦ ਦੇ ਬਾਜ਼ਾਰਾਂ ਦੇ ਵਿੱਚ ਦੰਗਾ ਮਚਾਇਆ ਨਾ, ਉਹ ਜਿਹੜੇ ਪਠਾਨ ਸੀ, ਮੁਗਲ ਸੀ, ਉਹ ਡਰ ਗਏ। ਜਿਹੜੇ ਅੱਗੇ ਸ਼ਹਿਰ ਆਉਂਦੇ ਨੇ, ਹੁਣ ਸ਼ਹਿਰ ਦੇ ਬਾਜ਼ਾਰ ਥਾਣੀ ਨਹੀਂ ਖੜਦੇ। ਪਹਿਲਾਂ ਦੇ ਕਹਿੰਦੇ ਸੀ ਵੀ ਜਲੂਸ ਕੱਢਣਾ, ਪਰ ਮੁੜ ਕੇ ਸ਼ਹਿਰ ਤੋਂ ਬਾਹਰ ਬਾਰੀ ਬਾਈਪਾਸ ਹੀ ਸਿੰਘਾਂ ਦੇ ਕਾਫਲੇ ਨੂੰ ਲੈ ਚੱਲੇ। ਮੈਂ ਡੇਰਾ ਡਰ। ਆ ਪਰਾਹ ਦੇ ਵਿੱਚ ਸੜਕ ਦੇ ਉੱਤੇ ਪੁਰਾਣੀਆਂ ਸਰਾਵਾਂ ਹੁਣ ਵੀ ਕਈ ਥਾਵਾਂ ਤੇ ਬਣੀਆਂ ਨੇ। ਕਹਿੰਦੇ ਉਹਨਾਂ ਸਰਾਵਾਂ ਦੇ ਵਿੱਚ ਡੇਰਾ ਕਰਦੇ, ਉੱਥੇ ਰਾਤ ਕੱਟਦੇ ਹਨ। ਇਸੀ ਭਾਂਤ ਲੈ ਡੇਰੇ ਪਹੁੰਚੇ। ਇਹਦਾ ਕਹਿੰਦੇ ਵੀ ਲੈ ਕੇ ਜਾਂਦਿਆਂ ਹੋਇਆ ਦਿੱਲੀ ਸ਼ਹਿਰ ਦੇ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸੇ ਨੂੰ ਪਹੁੰਚ ਗਏ। ਜਦੋਂ ਸੀਰ ਨੂੰ ਮਨ ਮੈਂ ਸੋਚੇ, ਇਹ ਖਬਰ ਭੇਜੀ ਜਦੋਂ ਦਿੱਲੀ ਦੇ ਨੇੜੇ ਦੇ ਆ ਗਏ ਨਾ, ਤੇ ਬਾਦਸ਼ਾਹ ਬਰਕਸ਼ੀਰ ਦੇ ਕੋਲ ਇਹ ਖਬਰ ਭੇਜੀ ਵੀ ਬਾਦਸ਼ਾਹ ਜੀ ਕੀ ਹੁਕਮ ਹੈ ਵੀ ਬੰਦਾ ਸਿੰਘ ਬਹਾਦਰ ਤੇ ਉਹਦੇ ਨਾਲ ਦੇ ਜਿਹੜੇ ਸਿੰਘ ਹੈ ਉਹ ਗ੍ਰਿਫਤਾਰ ਕਰਕੇ ਤੇ ਦਿੱਲੀ ਤੋਂ ਬਾਹਰ ਨੇੜੇ ਦੇ ਅਸੀਂ ਆ ਗਏ ਆ। ਤੇ ਜਦੋਂ ਫਰਕਸ਼ੀਰ ਨੂੰ ਖਬਰ ਮਿਲੀ ਤੇ ਉਹ ਸੁਣ ਕੇ ਤੇ ਸੋਚਾਂ 'ਚ ਪੈ ਗਿਆ। ਮੈਂ ਬੰਦੂ ਚਾਹੇ ਬੁਰੀ ਬਲਾਏ। ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੇਖੋ ਗ੍ਰਿਫਤਾਰ ਕੀਤਾ ਏ ਤੇ ਮੁਗਲ ਪਠਾਣਾ ਦੇ ਕੋਲ ਗ੍ਰਿਫਤਾਰੀ 'ਚ ਨੇ, ਪਰ ਫਿਰ ਵੀ ਸੋਚਦਾ ਹੈ ਵੀ ਜਿਹੜਾ ਬੰਦਾ ਬਹਾਦਰ ਹੈ, ਕਹਿੰਦੇ ਵੀ ਇਹ ਬੜੀ ਬੁਰੀ ਬਲਾ ਹੈ। ਤੁਰਕਾਂ ਵਾਸਤੇ ਤਾਂ ਇਦਾਂ ਹੈ ਵੀ ਜਿਵੇਂ ਕਿਆਮਤ ਦਾ ਸਮਾਂ ਹੋਵੇ, ਕਹਿੰਦੇ ਵੀ ਇਹਨੂੰ ਆਪਣੇ ਤੋਂ ਦੂਰ ਹੀ ਰੱਖਣਾ ਚਾਹੀਦਾ ਏ। ਮਤ ਕਛ ਕਰ ਇਹਾਂ ਕਛ ਆਏ। ਇਦਾਂ ਬਾਦਸ਼ਾਹ ਦਿੱਲੀ ਦਾ ਡਰੀ ਜਾਂਦਾ ਏ ਵੀ ਇਹ ਨਾ ਹੋਵੇ ਵੀ ਬੰਦਾ ਸਿੰਘ ਬਹਾਦਰ ਉੱਥੋਂ ਗ੍ਰਿਫਤਾਰ ਹੋ ਕੇ ਆ ਗਿਆ ਤੇ ਚੁੱਪ ਚਪੀਤਾ ਤੇ ਜਦੋਂ ਦਿੱਲੀ ਦੇ ਵਿੱਚ ਆਵੇ ਤੇ ਇੱਥੇ ਆ ਕੇ ਕਹਿੰਦੇ ਵੀ ਕੋਈ ਮੇਰਾ ਨੁਕਸਾਨ ਹੀ ਨਾ ਕਰਦੇ। ਇੱਥੇ ਆ ਕੇ ਉਹ ਕੋਈ ਆਪਣਾ ਕਹਿੰਦੇ ਵੀ ਜੰਤਰ ਮੰਤਰ ਜਾਂ ਕੋਈ ਆਪਣਾ ਹਾਥੀ ਨਾ ਮੇਰੇ ਤੇ ਖੋਲ ਦਵੇ। ਇਦਾਂ ਬਾਦਸ਼ਾਹ ਗ੍ਰਿਫਤਾਰ ਕੀਤੇ ਹੋਏ ਕੈਦ ਵਿੱਚ ਪਿੰਜਰੇ 'ਚ ਕੈਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੋਂ ਹੀ ਡਰੀ ਜਾਂਦਾ ਏ। ਆਪ ਸ਼ਾਹੀ ਮਤ ਰਹੇ ਉਧਰ ਆਏ। ਇਹਨੇ ਕੀ ਕੀਤਾ ਵੀ ਜਦੋਂ ਪਤਾ ਲੱਗਾ ਵੀ ਬੰਦਾ ਸਿੰਘ ਬਹਾਦਰ ਨੇੜੇ ਆ ਰਿਹਾ ਏ ਤਾਂ ਜਮਨਾ ਨਦੀ ਦੇ ਵਿੱਚ ਇਹਨੇ ਇੱਕ ਟੈਂਪਰੇਰੀ ਆਪਣਾ ਰਹਿائشੀ ਮਕਾਨ ਬਣਵਾਇਆ ਉਸ ਵੇਲੇ ਕਹਿ ਕੇ, ਕਿਉਂਕਿ ਇਦਾਂ ਇਹਨਾਂ ਦੇ ਮਨ ਵਿੱਚ ਸੀ ਵੀ ਬੰਦਾ ਸਿੰਘ ਬਹਾਦਰ ਦੇ ਕੋਲ ਕਈ ਤਰ੍ਹਾਂ ਦੇ ਮੰਤਰ ਨੇ ਤੇ ਪਾਣੀ ਦੇ ਵਿੱਚ ਮੰਤਰ ਜਿਹੜੇ ਹੁੰਦੇ ਉਹ ਚੱਲਦੇ ਨਹੀਂ ਆ। ਇਸ ਤਰ੍ਹਾਂ ਦਾ ਡਰ ਮੰਨਦਿਆਂ ਹੋਇਆ ਫਰਕਸ਼ੀਰ ਬਾਦਸ਼ਾਹ ਨੇ ਆਪਣਾ ਇੱਕ ਰਹਿائشੀ ਮਕਾਨ ਜਮਨਾ ਨਦੀ ਦੇ ਵਿੱਚ ਬਣਵਾ ਲਿਆ। ਜਦ ਲਗ ਬੰਦੋ ਮੋਇਓ ਨ ਥਾਏ। ਕਹਿੰਦੇ ਜਿੰਨਾ ਚਿਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨਹੀਂ ਹੋਈ ਉਹਨਾਂ ਚਿਰ ਉੱਥੇ ਹੀ ਰਹਿੰਦਾ ਰਿਹਾ ਆ ਕੇ। ਬਹੁਤ ਕੁਰਾਨ ਕੋ ਪਾਸ ਪੜਾਵੇ। ਫਿਰ ਬੜੇ ਕਾਜੀ ਵੀ ਇਹਨੇ ਆਪਣੇ ਕੋਲ ਰੱਖੇ। ਉਹਨਾਂ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਕੁਰਾਨ ਦੀਆਂ ਆਇਤਾਂ ਪੜ੍ਹਦੇ ਰਹੋ। ਆਪਣੀ ਕੋਠੀ ਦੇ ਚਾਰ ਸਵੇਰੇ ਬਾਦਸ਼ਾਹ ਨੇ ਕਾਜ਼ੀਆਂ ਨੂੰ ਬਹਾਤਾ, ਮੁਲਾਣਿਆਂ ਨੂੰ ਬਹਾਤਾ ਤੇ ਉਹਨਾਂ ਦੇ ਕੋਲੋਂ ਕੁਰਾਨ ਦਾ ਪਾਠ ਕਰਾਉਂਦਾ ਏ। ਬਹੁਤ ਆ ਜੰਤਰ ਮੰਤਰ ਪੜ੍ਹਦੇ ਹਨ, ਦੁਆਵਾਂ ਬੇਨਤੀਆਂ ਹੁੰਦੀਆਂ ਨੇ। ਜਿਹੜੇ ਮੁਸਲਮਾਨਾਂ ਦੇ ਪੀਰ ਨੇ ਉਹਨਾਂ ਦੀ ਪੂਜਾ ਕਰਦੇ ਆ, ਰੋਟ ਆਦਿਕ ਭੇਦ ਕਰਦੇ ਨੇ। ਜਿਵੇਂ ਕਾਜੀ ਕਹਿੰਦੇ ਵੀ ਇਹਨੂੰ ਇੰਨਾ ਦਾਨ ਦੇ ਲਿਆ ਕੱਢ ਬਾਦਸ਼ਾਹ, ਇੰਨੀ ਮਾਇਆ ਇੱਥੇ ਪੁੰਨ ਦਾਨ ਕਰ, ਉਹ ਡਰਦਾ ਉਸੇ ਤਰ੍ਹਾਂ ਕਰੀ ਜਾਂਦਾ ਹੈ। ਨਾਲੀਏਰ ਬੰਦੋ ਜਪ ਜਿਓ ਸ਼ਾਹ ਸਭੋ ਕੰਪਾਏ। ਇਹ ਦਿੱਲੀ ਦੇ ਲਾਗੇ ਕੋਈ ਇਲਾਕਾ ਹੈ ਨਲੇਰੇ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਲੈ ਕੇ ਪਹੁੰਚੇ, ਦਿੱਲੀ ਦੇ ਨੇੜੇ ਇੱਕ ਨਗਰ ਹੁੰਦਾ ਏ ਤੇ ਬਾਦਸ਼ਾਹ ਦੇ ਕੋਲ ਖਬਰ ਆ ਗਈ ਵੀ ਹੁਣ ਬਿਲਕੁਲ ਲਾਗੇ ਆ ਗਏ ਆ। ਤੇ ਇਹ ਗੱਲ ਸੁਣ ਕੇ ਫਰਕਸ਼ੀਰ ਬਾਦਸ਼ਾਹ ਕਹਿੰਦੇ ਕੰਬੀ ਜਾਂਦਾ ਏ। ਵੇਖੋ ਕਿੱਡਾ ਡਰ ਸੀ ਬਾਬਾ ਜੀ ਦਾ।
ਵੀ ਉਹ ਦਿੱਲੀ ਦਾ ਬਾਦਸ਼ਾਹ ਉਹਦੀ ਗ੍ਰਿਫਤਾਰੀ ਵਿੱਚ ਹੈ ਬਾਬਾ ਬੰਦਾ ਸਿੰਘ ਬਹਾਦਰ, ਪਰ ਉਹ ਗ੍ਰਿਫਤਾਰ ਹੋਣ ਦੇ ਬਾਵਜੂਦ ਵੀ ਬਾਦਸ਼ਾਹ ਡਰੀ ਜਾਂਦਾ, ਜਿਹਦੇ ਕੋਲ ਇੰਨੀ ਸਿਕਿਉਰਿਟੀ ਹੈ, ਜਿਹਦੇ ਕੋਲ ਇੰਨੀ ਫੌਜ ਹੈ, 22 ਲੱਖ ਫੌਜ ਦਾ ਮਾਲਕ ਬਾਬਾ ਜੀ ਦੇ ਨਾਮ ਤੋਂ ਡਰੀ ਜਾਂਦਾ ਏ। ਸੋਨਾ ਦਿੱਲੀ ਲਿਆਈ ਹੈ ਜਹ ਗੁਰੀ ਬਤਾਏ। ਮੋਹਤਬਾਰਾਂ ਨੇ ਪੁੱਛਿਆ ਵੀ ਕੀ ਕਰਨਾ ਹੈ ਬਾਦਸ਼ਾਹ ਜੀ, ਦੱਸੋ ਕਿੱਥੇ ਲਿਆਈਏ। ਤੇ ਜਿਹੜਾ ਬਾਦਸ਼ਾਹ ਨੇ ਇਦਾਂ ਦਾ ਹੁਕਮ ਦਿੱਤਾ, ਕਹਿੰਦੇ ਬੰਦਾ ਬਹਾਦਰ ਬੁਰੀ ਬਲਾ, ਇਹਨੂੰ ਦਿੱਲੀ ਤੋਂ ਬਾਹਰ ਹੀ ਰੱਖੋ, ਦਿੱਲੀ ਦੇ ਵਿੱਚ ਨਾ ਲੈ ਕੇ ਆਵੋ ਭਈ ਆਪ ਜਮਨਾ ਕੇ ਮਤ ਜਾ ਰਹੇ ਹੋ। ਏਦਾਂ ਕਹਿ ਕੇ ਤੇ ਆਪ ਜਮਨਾ ਦੇ ਵਿੱਚ ਜਿਹੜਾ ਘਰ ਬਣਾਇਆ ਉਹਦੇ ਵਿੱਚ ਬਾਦਸ਼ਾਹ ਰਹਿਣ ਲੱਗ ਪਿਆ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਮਨਾ ਤੋਂ ਉਰਲੇ ਪਾਸੇ ਹੀ ਰੱਖ ਲਿਆ, ਜਮਨਾ ਤੋਂ ਪਾਰ ਦਿੱਲੀ ਤੀਕਰ ਨਹੀਂ ਲੈ ਕੇ ਗਏ। ਬੰਦਾ ਜਮਨੇ ਉਰਾਰ ਰੱਖਿਓ। ਏਦਾਂ ਡਰਦਿਆਂ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਮਨਾ ਤੋਂ ਉਹਨੇ ਗ੍ਰਿਫਤਾਰ ਕਰਕੇ ਸਿੰਘਾਂ ਸਮੇਤ ਰੱਖਿਆ ਕੁਝ ਸਮਾਂ। ਬੰਦੇ ਕੋ ਅੰਦਾ ਕਰਾਇਆ। ਉੱਥੇ ਜਿਵੇਂ ਕਿਸੇ ਨੇ ਸਲਾਹ ਦਿੱਤੀ ਵੀ ਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੇ ਨੇਤਰ ਕੱਢ ਲਈਏ ਨਾ ਤਾਂ ਫਿਰ ਉਹਦਾ ਡਰ ਘਟ ਜਾਏਗਾ, ਕਿਉਂਕਿ ਉਹ ਅੱਖਾਂ ਦੇ ਨਾਲ ਹੀ ਜਿਹਨੂੰ ਵੇਖ ਲੈਂਦਾ ਹੈ ਕੁਝ ਕਰ ਦਿੰਦਾ ਹੈ। ਇਸ ਤਰ੍ਹਾਂ ਸਲਾਹ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਵਿੱਚ ਗਰਮ ਸਲਾਈਆਂ ਪਾ ਕੇ ਤੇ ਬਾਬਾ ਜੀ ਨੂੰ ਕਹਿੰਦੇ ਨੇਤਰਾਂ ਤੋਂ ਅੰਨਾ ਕੀਤਾ ਗਿਆ। ਪਹਿਲਾਂ ਜਦੋਂ ਬਾਦਸ਼ਾਹ ਨੂੰ ਇਹ ਖਬਰ ਮਿਲੀ ਵੀ ਬੰਦਾ ਸਿੰਘ ਬਹਾਦਰ ਨੂੰ ਨੇਤਰਹੀਣ ਕਰ ਦਿੱਤਾ ਹੈ, ਗਰਮ ਸਲਾਈਆਂ ਪਾ ਕੇ ਉਹਦੇ ਅੱਖਾਂ ਕੱਢ ਦਿੱਤੀਆਂ ਨੇ, ਅੱਖਾਂ ਤੋਂ ਅੰਨਾ ਕਰ ਦਿੱਤਾ, ਤੇ ਫਿਰ ਬਾਦਸ਼ਾਹ ਨੇ ਕੁਝ ਹੌਸਲਾ ਰੱਖਿਆ ਤੇ ਕਹਿੰਦਾ ਲੈ ਆਓ ਵੀ ਹੁਣ ਇਹਨੂੰ ਦਿੱਲੀ ਦੇ ਵਿੱਚ। ਫਿਰ ਨਲੀਏਰ ਨਗਰ ਤੋਂ ਫਿਰ ਅੱਗੇ ਤੋਰਿਆ। ਫੇਰ ਦਿੱਲੀ ਆਈ ਬਾਤ ਹੈ ਫਰਕਸੀਅਰ ਬਾਦਸ਼ਾਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਤੀਕਰ ਲੈ ਆਇਆ ਹੁਕਮ ਕਰਕੇ, ਤੇ ਬਾਬਾ ਜੀ ਨੂੰ ਉੱਥੇ ਕੈਦ ਦੇ ਵਿੱਚ ਰੱਖਿਆ ਹੈ। ਤੇ ਫਰਕਸੀਅਰ ਬਾਦਸ਼ਾਹ ਸੋਚਦਾ ਹੈ ਵੀ ਅਸੀਂ ਪਹਿਲਾਂ ਤੇ ਇਦਾਂ ਦੀ ਇਹਨਾਂ ਦੇ ਨਾਲ ਗੱਲ ਕੀਤੀ ਹੈ ਵੀ ਤੁਸੀਂ ਗ੍ਰਿਫਤਾਰੀ ਦੇ ਦਿਓ ਤੇ ਤੁਹਾਨੂੰ ਅਸੀਂ ਮਾਰਾਂਗੇ ਨਹੀਂ, ਕੁਝ ਕਹਾਂਗੇ ਨਹੀਂ। ਹੁਣ ਆਪਣੀ ਗੱਲ ਤੋਂ ਮੁਕਰਦਾ ਏ, ਇਹਦੇ ਦਿਲ ਦੇ ਵਿੱਚ ਇਹਦੇ ਇਸ ਤਰ੍ਹਾਂ ਦਾ ਖਿਆਲ ਆਇਆ, ਬੰਦੇ ਮੋਏ ਬਿਨ ਸੁਖ ਨਾ ਬਿਹਾਤ। ਇਹ ਕਹਿਣ ਲੱਗਾ ਵੀ ਵੇ ਬੰਦਾ ਸਿੰਘ ਬਹਾਦਰ ਭਾਵੇਂ ਜੇਲ੍ਹ ਦੇ ਵਿੱਚ ਬੰਦੀ ਆ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨ ਚੈਨ ਨਹੀਂ ਆਉਂਦਾ, ਵੀ ਜਿੰਨਾ ਚਿਰ ਬੰਦਾ ਸਿੰਘ ਬਹਾਦਰ ਨੂੰ ਮੈਂ ਮਾਰ ਨਹੀਂ ਨਾ ਦਿੰਦਾ ਉਹਨਾਂ ਚਿਰ ਰਾਤ ਦਿਨ ਮੈਨੂੰ ਸੁਖ ਚੈਨ ਨਹੀਂ ਆਉਣਾ, ਮੈਨੂੰ ਤੇ ਉੱਥੇ ਲੰਮੇ ਪਏ ਨੂੰ ਡਰ ਲੱਗਦਾ ਏ। ਚਾਹੇ ਬੰਦੇ ਪੈ ਮਨੁੱਖ ਕਲਾਏ। ਉਸ ਵੇਲੇ ਫਰਕਸੀਅਰ ਬਾਦਸ਼ਾਹ ਨੇ ਕੁਝ ਆਪਣੇ ਬੰਦੇ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਕੈਦ ਕੀਤਾ ਸੀ ਉੱਥੇ ਭੇਜੇ ਹਨ। ਜੋ ਤੈ ਖਾਣੋ ਸੋ ਲੈ ਖਾਏ। ਤਾਂ ਜਿਵੇਂ ਆਖਰੀ ਇੱਛਾ ਹੁੰਦੀ ਹੈ ਨਾ, ਆਖਰੀ ਇੱਛਾ ਪੁੱਛੀ ਜਾਂਦੀ ਹੈ, ਜਿਸ ਨੂੰ ਸ਼ਹੀਦ ਕਰਨਾ ਹੋਵੇ, ਜਿਸ ਨੂੰ ਕਤਲ ਕਰਨਾ ਹੋਵੇ, ਤੇ ਇਹ ਪੁੱਛਿਆ ਗਿਆ ਬਾਬਾ ਜੀ ਨੂੰ ਵੀ ਬਾਦਸ਼ਾਹ ਕਹਿੰਦਾ ਹੈ ਵੀ ਜੋ ਤੁਸੀਂ ਖਾਣ ਨੂੰ ਚਿੱਤ ਕਰਦਾ ਹੈ ਲੈ ਕੇ ਖਾ ਲਵੋ, ਜਿੰਨਾ ਖਾਣਾ ਖਾ ਲਵੋ, ਆਪਣੀ ਮੌਤ ਦੇ ਹੋ ਤੂੰ ਆਖ। ਤੇ ਨਾਲੇ ਸਾਡੇ ਫਰਕਸੀਅਰ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਜੀ ਤੁਹਾਨੂੰ ਇਹ ਵੀ ਪੁੱਛਿਆ ਏ ਵੀ ਤੈਨੂੰ ਅਸੀਂ ਮਾਰਨਾ ਤੇ ਹੈਗਾ, ਇਹ ਦੱਸ ਵੀ ਤੂੰ ਮਰਨਾ ਕਿੱਦਾਂ ਚਾਹੁੰਦਾ ਹੈ, ਤੈਨੂੰ ਕਿਰਪਾਨ ਨਾਲ ਮਾਰੀਏ, ਤੈਨੂੰ ਫਾਹੇ ਟੰਗ ਕੇ ਮਾਰੀਏ, ਤੈਨੂੰ ਟੋਟੇ ਕਰਕੇ ਮਾਰੀਏ, ਜਿੱਦਾਂ ਤੂੰ ਮਰਨਾ ਚਾਹੁੰਦਾ ਹੈ ਤੂੰ ਦੱਸ ਦੇ, ਉਦਾਂ ਹੀ ਤੈਨੂੰ ਮਾਰਾਂਗੇ। ਜਿਮ ਤੈ ਮਰਨੋ ਤਿਮ ਦੇਹ ਭਾਖ। ਆਏ ਬਾਦਸ਼ਾਹ ਨੇ ਤਾਂ ਪੁੱਛਿਆ ਬੰਦੇ ਭੇਜ ਕੇ, ਕਿਉਂਕਿ ਡਰਦਾ ਆਪ ਤੇ ਨੇੜੇ ਨਹੀਂ ਸੀ ਆਇਆ, ਵੀ ਜਿਵੇਂ ਤੂੰ ਮਰਨਾ ਚਾਹੁੰਦਾ ਹੈ ਆਪਣੇ ਮੂੰਹੋਂ ਕਹਿ ਦੇ, ਤੈਨੂੰ ਉਸੇ ਤਰ੍ਹਾਂ ਦੀ ਮੌਤ ਦੇਵਾਂਗੇ। ਬੰਦੇ ਜੋ ਉੱਤਰ ਬਤਾਇਓ। ਜਦੋਂ ਬੰਦਾ ਸਿੰਘ ਜੀ ਨੂੰ ਕਹਿੰਦੇ ਨਾ ਵੀ ਕਿਹੋ ਜੀ ਮੌਤੇ ਮਰਨਾ ਚਾਹੁੰਦਾ, ਤੇ ਕੈਦ ਵਿੱਚ ਪਏ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਤਰ ਦਿੱਤਾ, ਜਿਮ ਤੈ ਮਰਨੋ ਉਹ ਮੋਹੇ ਮਰਵਾਇਓ। ਕਹਿੰਦੇ ਵੀ ਫਰਕਸੀਅਰ ਨੂੰ ਕਹਿ ਦੇ ਜੇ ਤਾਂ ਤੂੰ ਮਰਨਾ ਚਾਹੁੰਦਾ ਹੈ ਕਹਿੰਦੇ ਉਦਾਂ ਹੀ ਮੈਨੂੰ ਮਰਵਾ ਲਾ, ਵੀ ਜਿੱਦਾਂ ਤੂੰ ਚਾਹੁੰਦਾ ਹੈ ਨਾ ਵੀ ਜਦੋਂ ਤੇਰੀ ਮੌਤ ਆਵੇ, ਜੋ ਤੇਰੀ ਹਾਲਤ ਹੋਵੇ, ਕਹਿੰਦੇ ਮੈਨੂੰ ਉਦਾਂ ਹੀ ਮਾਰ ਦੇ, ਉਦਾਂ ਹੀ ਸ਼ਹੀਦ ਕਰ ਦੇ, ਪਰ ਯਾਦ ਰੱਖੀ ਜਿੱਦਾਂ ਮੇਰੇ ਤੇ ਕਰੇਗਾ ਉਦਾਂ ਹੀ ਤੈਨੂੰ ਮਰਨਾ ਪਏਗਾ, ਮੌਤ ਤੇਰੀ ਵੀ ਉਵੇਂ ਆਵੇਗੀ। ਇਹ ਬਾਬਾ ਜੀ ਨੇ ਬਚਨ ਕਰ ਦਿੱਤਾ। ਜੋ ਕਹਿ ਬੰਦਾ ਚੁੱਪ ਕਰ ਰਹਿਓ। ਇਹ ਤਾਂ ਕਹਿ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਚੁੱਪ ਹੋ ਗਏ। ਜਦੋਂ ਉਹਨਾਂ ਪੁੱਛਿਆ ਤੈਨੂੰ ਕਿਹੜੀ ਮੌਤੇ ਮਾਰੀਏ,
ਕਿਹੜੀ ਪਸੰਦ ਹੈ? ਤੇ ਬਾਬਾ ਜੀ ਕਹਿਣ ਲੱਗੇ ਜਿੱਦਾਂ ਮਰਨਾ ਬਾਦਸ਼ਾਹ ਤੈਨੂੰ ਪਸੰਦ ਹੈ ਉਦਾਂ ਮੈਨੂੰ ਮਾਰ ਦੇ। ਕਹਿਣ ਵਾਲੇ ਤਿਸ ਤੁਮ ਆ ਕਹਿਓ। ਜਿਨ੍ਹਾਂ ਨੇ ਸੁਨੇਹਾ ਖੜਿਆ ਸੀ ਤੇ ਵਾਪਸ ਉਹ ਸੁਨੇਹਾ ਲੈ ਕੇ ਬਾਦਸ਼ਾਹ ਦੇ ਕੋਲ ਆਏ ਤੇ ਸਾਰੀ ਗੱਲ ਦੱਸ ਦਿੱਤੀ। ਬੰਦਾ ਕਹਿਓ ਸੋ ਉਨ ਸੁਣ ਲਿਓ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਸੀ ਉਹ ਫਰਕਸੀਅਰ ਨੇ ਗੱਲ ਸੁਣ ਲਈ। ਬਾਦਸ਼ਾਹ ਕਹਿੰਦਾ ਕੀ ਕਹਿੰਦਾ ਬੰਦਾ ਸਿੰਘ? ਕਹਿੰਦੇ ਬਾਦਸ਼ਾਹ ਉਹ ਕਹਿੰਦਾ ਹੈ ਵੀ ਆਪਣੇ ਬਾਦਸ਼ਾਹ ਨੂੰ ਕਹਿ ਦਿਓ ਜਿਵੇਂ ਤੈਨੂੰ ਮਰਨਾ ਪਸੰਦ ਹੈ ਉਦਾਂ ਮੈਨੂੰ ਮਾਰ ਦੇ। ਅੱਗੇ ਸੁਣੋ ਜਿਮ ਸਿਰ ਦੋਹ ਭਇਓ। ਤੇ ਇਹ ਗੱਲ ਸੁਣ ਕੇ ਬਾਦਸ਼ਾਹ ਨੂੰ ਤੇ ਸੱਤੀ ਕੱਪੜੀ ਅੱਗ ਲੱਗੀ, ਬੜਾ ਸੜਿਆ। ਜੇ ਭਾਈ ਰਤਨ ਸਿੰਘ ਜੀ ਕਹਿੰਦੇ ਉਹ ਅੱਗੇ ਕਥਾ ਸੁਣੋ ਵੀ ਜਿਵੇਂ ਦੋਵਾਂ ਦੀ ਸ਼ਹੀਦੀ ਦੋਵੇਂ ਚੜ੍ਹਾਈ ਕੀਤੇ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ ਤੇ ਜਿਵੇਂ ਫਰਕਸੀਅਰ ਬਾਦਸ਼ਾਹ ਜਿਹੜਾ ਸੀ ਉਸੇ ਢੰਗ ਦੇ ਨਾਲ ਮਰਿਆ। ਅੰਦਾ ਕਰ ਬੰਦਾ ਰੱਖਿਓ ਫਰਕਸੀਅਰ ਬਹੁ ਰੋਜ਼। ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਖਾਂ ਕੱਢ ਕੇ ਅੰਨਾ ਕਰਕੇ ਬਾਦਸ਼ਾਹ ਨੇ ਕਈ ਦਿਨ ਰੱਖਿਆ, ਕਿਉਂਕਿ ਗ੍ਰਿਫਤਾਰੀ ਦਸੰਬਰ ਦੇ ਲਾਗੇ ਹੁੰਦੀ ਹੈ। 1715 ਦਸੰਬਰ ਕੁ ਮਹੀਨੇ 'ਚ ਗ੍ਰਿਫਤਾਰ ਹੋਏ। ਲਾਹੌਰ ਤੋਂ ਦਿੱਲੀ ਲਿਆਉਂਦਾ ਸਮਾਂ ਕੁਝ ਉੱਥੇ ਵੀ ਲੱਗਿਆ, ਫਿਰ ਦਿੱਲੀ ਵੀ ਰੱਖਿਆ ਤੇ ਸ਼ਹੀਦੀ ਜਿਹੜੀ ਹੈ ਮਈ ਜੂਨ ਮਹੀਨੇ ਦੇ ਵਿੱਚ ਬਾਬਾ ਜੀ ਦੀ ਹੋਈ। ਜਿਸ ਕਰਕੇ ਭਾਈ ਰਤਨ ਸਿੰਘ ਜੀ ਲਿਖਦੇ ਨੇ ਵੀ ਅੰਧਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਈ ਦਿਨ ਬਾਦਸ਼ਾਹ ਨੇ ਦਿੱਲੀ ਦੇ ਵਿੱਚ ਕੈਦ ਰੱਖਿਆ। ਪਾਛੇ ਦੋ ਮਾਰੇ ਸੁਨੋ ਸਵਾ ਕੇ ਖੋਜ। ਕਹਿੰਦੇ ਵੀ ਇਸ ਤਰ੍ਹਾਂ ਫਿਰ ਬਾਬਾ ਜੀ ਦੇ ਬਚਨ ਹੋਣ ਤੋਂ ਬਾਅਦ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਚੜ੍ਹਾਈ ਕੀਤੇ, ਜਿਵੇਂ ਉਹਨਾਂ ਦੇ ਬਚਨ ਦੇ ਨਾਲ ਫਰਕਸੀਅਰ ਬਾਦਸ਼ਾਹ ਮਰਿਆ, ਉਹ ਮੈਂ ਦਿੱਲੀ ਜਾ ਕੇ ਗੱਲ ਖੋਜ ਕੇ ਪਤਾ ਕਰਕੇ ਲਿਆਇਆ। ਕਹਿੰਦੇ ਉਹ ਵੀ ਤੁਹਾਨੂੰ ਮੈਂ ਦੱਸਾਂਗਾ। ਫਰਕਸੀਅਰ ਕਾਜੀ ਹੁਤੋ ਉਸੈ ਵਜ਼ੀਰੈ ਭਰਾਏ। ਜਿਹੜਾ ਫਰਕਸੀਅਰ ਬਾਦਸ਼ਾਹ ਹੈ ਨਾ ਉਹਦਾ ਜਿਹੜਾ ਕੋਲ ਰਹਿਣ ਵਾਲਾ ਇੱਕ ਕਾਜੀ ਸੀ, ਉਹ ਕਾਜੀ ਸਰਹੰਦ ਦੇ ਸੂਬੇ ਕਹਿੰਦੇ ਵਜੀਦੇ ਦਾ ਭਰਾ ਲੱਗਦਾ ਸੀ ਰਿਸ਼ਤੇਦਾਰੀ ਦੇ ਵਿੱਚ। ਬੰਦਾ ਮਾਰਿਓ ਥੋਜੋ ਬੈਲਣ ਗੈਰ ਕਿਸ ਧਾਰੇ। ਜਿਸ ਸੂਬਾ ਸਰਹੰਦ ਨੂੰ ਵੈੜਕਿਆਂ ਦੇ ਪਿੱਛੇ ਪਾ ਕੇ ਕਲਗੀਧਰ ਮਹਾਰਾਜ ਦੇ ਹੁਕਮ ਨੂੰ ਮੰਨਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਘਸੀਟ ਕੇ ਤੇ ਫਿਰ ਅੱਧ ਮੋਇਆ ਜਿਹਾ ਕਰਕੇ ਪੁੱਠਾ ਟੰਗ ਕੇ ਥੱਲੇ ਅੱਗ ਬਾਰ ਕੇ ਸਾੜ ਕੇ ਮਾਰਿਆ ਸੀ। ਉਹ ਵਜੀਦੇ ਦਾ ਭਰਾ ਜਿਹੜਾ ਹੈ ਫਰਕਸੀਅਰ ਬਾਦਸ਼ਾਹ ਦੇ ਕੋਲ ਕਾਜੀ ਦੀ ਨੌਕਰੀ ਤੇ ਹੈ, ਕਾਜੀ ਦੇ ਅਹੁਦੇ ਤੇ ਹੈ। ਆਓ ਭਈ ਫਰਕਸੀਅਰ ਕਾਜੀ ਬਹਿਕਾਇਓ। ਕਹਿੰਦੇ ਵੀ ਫਿਰ ਜਿਹੜਾ ਉਹ ਕਾਜੀ ਸੀ ਨਾ ਉਹਨੇ ਵੇਖਿਆ ਵੀ ਹੁਣ ਮੈਂ ਬਦਲਾ ਲਵਾਂ। ਇੱਕ ਤਾਂ ਫਰਕਸੀਅਰ ਅੱਗੇ ਹੀ ਬਾਬਾ ਜੀ ਦੇ ਨਾਲ ਈਰਖਾ ਕਰਦਾ, ਉਤੋਂ ਕਾਜੀ ਨੇ ਬਾਦਸ਼ਾਹ ਨੂੰ ਬੜਾ ਬਹਿਕਾਇਆ। ਬਹਿਕਾਉਣਾ ਹੁੰਦਾ ਵੀ ਆਪਣੇ ਮਗਰ ਲਾ ਕੇ ਬੜੀਆਂ ਚੁੱਕਣਾ ਦੀਆਂ ਗੱਲਾਂ ਕਹੀਆਂ। ਬੰਦਾ ਮਾਰੇ ਬਿਨ ਹੋਕ ਪਛਤਾਇਓ। ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਜੇ ਤੂੰ ਮਾਰਦਾ ਨਹੀਂ ਹੈ ਨਾ, ਜੇ ਜਿਉਂਦਾ ਰੱਖਦਾ ਇਹ ਸਮਝ ਕੇ ਵੀ ਚਲੋ ਕੈਦ ਵਿੱਚ ਹੀ ਆਇਆ ਤੇ ਬਾਅਦ ਵਿੱਚ ਤੂੰ ਬੜਾ ਪਛਤਾਵੇਂਗਾ। ਓਏ ਬੰਦਾ ਸਿੱਖ ਜਗ ਮੈਂ ਰਹੇ। ਕਿਉਂਕਿ ਬੰਦੇ ਬਹਾਦਰ ਦੇ ਕਈ ਸੇਵਕ ਕਈ ਚੇਲੇ ਜਗ ਦੇ ਵਿੱਚ ਜਿਉਂਦੇ ਨੇ ਜਿਹੜੇ ਤੇਰੇ ਕੈਦ ਵਿੱਚ ਨਹੀਂ ਹਨ। ਆਪਣੇ ਜੈਸੇ ਇਨ ਬਹੁ ਕਏ। ਜਿੱਦਾਂ ਇਹ ਆਪ ਜਾਦੂਗਰ ਹੈ ਨਾ, ਮੰਤਰ ਜੰਤਰ ਜਾਣਦਾ ਏ, ਇਹਨੇ ਆਪਣੇ ਵਰਗੇ ਹੋਰ ਵੀ ਆਪਣੇ ਬੜੇ ਸੇਵਕ ਬਣਾਏ, ਉਹਨਾਂ ਨੂੰ ਵੀ ਸ਼ਕਤੀਆਂ ਦਿੱਤੀਆਂ। ਏਦਾਂ ਕਾਜੀ ਫਰਕਸੀਅਰ ਨੂੰ ਚੁੱਕਦਾ ਏ ਕਿ ਬੰਦਾ ਸਿੰਘ ਬਹਾਦਰ ਨੇ ਆਪਣੇ ਵਰਗੀਆਂ ਸ਼ਕਤੀਆਂ ਹੋਰ ਕਈਆਂ ਨੂੰ ਦਿੱਤੀਆਂ ਨੇ। ਉੱਡਣ ਵਿਦਿਆ ਇਨ ਕਈਆਂ ਨਾ ਦਈ। ਆ ਜਿਵੇਂ ਕਹਿੰਦੇ ਵੀ ਬੰਦਾ ਸਿੰਘ ਬਹਾਦਰ ਵੇਖੋ ਉੱਡ ਜਾਂਦਾ ਹੈ ਨਾ, ਇਹ ਉੱਡ ਜਾਣ ਵਾਲੀ ਜਿਹੜੀ ਵਿਦਿਆ ਹੈ ਇਹਨੇ ਆਪਣੇ ਕਈ ਚੇਲਿਆਂ ਨੂੰ ਕਈ ਸੇਵਕਾਂ ਨੂੰ ਦਿੱਤੀ ਹੈ। ਕੇ ਪੁੱਤਰ ਵੀ ਰਹਿ ਗਏ। ਇਥੋਂ ਤੀਕਰ ਸਾਧ ਸੰਗਤ ਦੇ ਕਾਜੀ ਡਿੱਗ ਪਿਆ, ਕਹਿਣ ਲੱਗਾ ਵੀ ਜਿਹੜਾ ਇਹਦਾ 4 ਸਾਲ ਦਾ ਪੁੱਤਰ ਹੈ ਨਾ, ਜੇ ਆਪਾਂ ਉਹਨੂੰ ਵੀ ਜਿਉਂਦਾ ਛੱਡ ਦਿੱਤਾ ਤੇ ਉਹ ਵੀ ਵੱਡਾ ਹੋ ਕੇ ਇਹਦੇ ਵਾਂਗੂ ਸਾਨੂੰ ਤੰਗ ਕਰੇਗਾ। ਕਿ ਬੱਚੇ ਵਿੱਚ ਆਮਲੇ ਆਵੇ। ਕਿਉਂਕਿ ਜੇ ਬੰਦਾ ਸਿੰਘ ਬਹਾਦਰ ਨੂੰ ਆਪਾਂ ਨਾ ਮਾਰਿਆ ਤੇ ਉਹ ਚੰਬਲ ਜਾਣਗੇ ਸਾਰੇ ਵੀ ਸਾਡਾ ਜਿਹੜਾ ਮੁਖੀ ਹੈ, ਸਾਡਾ ਜਿਹੜਾ ਜਰਨੈਲ ਹੈ ਬੰਦਾ ਸਿੰਘ ਬਹਾਦਰ, ਵੀ ਉਹ ਹਾਲਾਂ ਜਿਉਂਦਾ ਹੈ ਵੀ ਸਾਨੂੰ ਡਰਨ ਦੀ ਕੀ ਲੋੜ ਹੈ। ਇਸ ਕਰਕੇ ਕਾਜੀ ਕਹਿੰਦਾ ਬਾਦਸ਼ਾਹ ਨੂੰ ਮਾਰ ਦਈਏ। ਜੇ ਆਪਾਂ ਇਹਨੂੰ ਨਾ ਮਾਰਿਆ, ਇਹਦੇ ਪਰਿਵਾਰ ਨੂੰ ਨਾ ਮਾਰਿਆ, ਤੇ ਕਹਿੰਦੇ ਇਹਦੇ ਇੱਥੇ ਕੈਦ ਵਿੱਚ ਪਏ ਰਹਿਣ ਕਰਕੇ ਜਿਹੜੇ ਨਾਲ ਦੇ ਸਾਥੀ ਉਹ ਚੰਬਲ ਜਾਣਗੇ, ਉਹ ਬੜਾ ਆਪਾਂ ਨੂੰ ਤੰਗ ਕਰਨਗੇ। ਮਾਰੇ ਵੈ ਲੁਕ ਛੁਪ ਜਾਵੇ। ਤੇ ਜੇ ਆਪਾਂ ਬੰਦਾ ਸਿੰਘ ਬਹਾਦਰ ਨੂੰ ਮਾਰ ਦੇਵਾਂਗੇ
ਤੇ ਫਿਰ ਜਿਹੜਾ ਇਹਦਾ ਕੋਈ ਸੇਵਕ ਹੋਏਗਾ ਉਹ ਡਰਦੇ ਹੀ ਲੋਕ ਛਿਪ ਜਾਣਗੇ ਵੀ ਜੇ ਬੰਦਾ ਸਿੰਘ ਬਹਾਦਰ ਨਹੀਂ ਛੱਡਿਆ ਬਾਦਸ਼ਾਹ ਨੇ ਤੇ ਸਾਨੂੰ ਕਿਵੇਂ ਛੱਡੇਗਾ। ਬੰਦੇ ਕੇ ਬਹੁਤੇ ਮਦਈ, ਕਿਉਂਕਿ ਬੰਦਾ ਸਿੰਘ ਬਹਾਦਰ ਦੇ ਬੜੇ ਕਹਿੰਦੇ ਵੀ ਅੱਗੇ ਦਾਅਵੇਦਾਰ ਹੈ, ਬੜੇ ਅਨੁਯਾਈ ਨੇ ਜਿਹੜੇ ਜਿੱਦਾਂ ਇਹ ਕਹੇਗਾ ਉਦਾਂ ਇਹਦੀ ਗੱਲ ਮੰਨਣ ਨੂੰ ਤਿਆਰ ਹਨ। ਇੱਕ ਕੀ ਗੱਲ ਉਹਨ ਬਣਾਈ ਕਈ, ਸਾਧ ਸੰਗਤ ਆ ਇਸ ਢੰਗ ਦੇ ਨਾਲ ਜਿਹੜਾ ਕਾਜੀ ਸੀ ਨਾ ਇਹਨੇ ਕਹਿੰਦੇ ਇੱਕ ਦੀਆਂ 100 ਗੱਲਾਂ ਬਣਾਈਆਂ। ਜੇ ਕੋਈ ਇੱਕ ਅੱਧੀ ਗੱਲ ਹੈਗੀ ਸੀ ਤੇ ਬਾਕੀ 99 ਆਪਣੇ ਕੋਲੋਂ ਜੋੜ ਕੇ ਬੰਦਾ ਸਿੰਘ ਬਹਾਦਰ ਜੀ ਦੇ ਖਿਲਾਫ ਕਹੀਆਂ। ਸਿਰ ਤਪ ਕਾਜੀ ਬਣਾਏ, ਬਖਸ਼ੀਆਰ ਬਾਦਸ਼ਾਹ ਨੇ ਆਪਣੇ ਹੋਰ ਵੀ ਉਸ ਵੇਲੇ ਕਾਜੀ ਸੱਦ ਲਏ। ਕਿਤਾਬੋਂ ਮਸਲੇ ਕਢਾਏ, ਉਹਨਾਂ ਨੂੰ ਕਹਿਣ ਲੱਗੇ ਵੀ ਕੱਢੋ ਵੀ ਲਾਲ ਕਿਤਾਬ ਫਤਵੇ ਵਾਲੀ ਤੇ ਉਹਦੇ ਵਿੱਚੋਂ ਮਸਲਾ ਵਿਚਾਰੋ ਵੀ ਆਪਾਂ ਨੂੰ ਕਿਹੜੀ ਸਜ਼ਾ ਇਹਨਾਂ ਨੂੰ ਦੇਣੀ ਬਣਦੀ ਹੈ, ਕਿਉਂਕਿ ਆਪਣੇ ਹੀ ਕਾਨੂੰਨ ਬਣਾਏ ਸੀ ਤੇ ਕੱਢ ਕੇ ਕਹਿ ਦਿੰਦੇ ਸੀ ਆਹ ਵੇਖੋ ਜੀ ਸਾਡੀ ਕਿਤਾਬ 'ਚ ਲਿਖਿਆ ਵੀ ਉਹਦੇ ਹਿਸਾਬ ਨਾਲ ਅਸੀਂ ਸਜ਼ਾ ਦੇਵਾਂਗੇ। ਕਾਜੀ ਨੇ ਬਦਲੋ ਬਤਾਇਓ, ਉਸ ਵੇਲੇ ਜਿਹੜਾ ਕਾਜੀ ਸੀ ਨਾ ਉਹਨੇ ਪਹਿਲਾਂ ਹੀ ਪਤਾ ਸੀ ਵੀ ਬਾਬਾ ਜੀ ਦੇ ਨਾਲ ਕੀ ਕਰਨਾ। ਉਹਨੇ ਕਿਹਾ ਜੀ ਬਦਲਾ ਲਿਆ ਜਾਵੇ। ਕਹਿੰਦੇ ਕਿੱਦਾਂ ਦਾ? ਕਹਿੰਦੇ ਸੂਬਾ ਸਰਹੰਦ ਨੂੰ ਜਿਵੇਂ ਮਾਰਿਆ। ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹਨੇ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਜਿਹੜੇ ਨੇ ਉਹਨਾਂ ਦੇ ਜ਼ੁਲਮ ਢਾਇਆ, ਬਜ਼ੁਰਗ ਮਾਤਾ ਦੇ ਜ਼ੁਲਮ ਢਾਇਆ ਵੀ ਉਹ ਤਾਂ ਪਾਪੀ ਸੀ। ਪਰ ਹੁਣ ਕਹਿੰਦੇ ਵੀ ਜਿਵੇਂ ਉਹਨੂੰ ਮਾਰਿਆ ਗਿਆ ਨਾ ਐਵੇਂ ਬੰਦਾ ਸਿੰਘ ਬਹਾਦਰ ਨੂੰ ਮਾਰਿਆ ਜਾਵੇ। ਮਾਂਗ ਵਜ਼ੀਰਾ ਚਾਹੀਆ ਕਿਸ ਢਾਇਓ, ਕਹਿੰਦੇ ਜਿਵੇਂ ਆਪਣਾ ਸਰਹੰਦ ਦਾ ਸੂਬੇਦਾਰ ਇਹਨਾਂ ਨੇ ਵਹਿੜ ਕੇ ਪਿੱਛੇ ਪਾ ਕੇ ਧੋਇਆ, ਇਹ ਆਪਾਂ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਇਹਨੂੰ ਘਸੀਟ ਕੇ ਧੂ ਕੇ ਮਾਰੀਏ। ਮਗਰ ਘੋੜੇ ਕੇ ਦਿਓ ਬੰਧਾਏ, ਜਿਹੜੀ ਘੋੜੇ ਦੀ ਕਾਠੀ ਆ ਉਹਦੇ ਨਾਲ ਰੱਸਾ ਬੰਨ ਕੇ ਤੇ ਮਗਰੋਂ ਇਹਦੀਆਂ ਲੱਤਾਂ ਬੰਨ ਕੇ ਘੋੜਿਆਂ ਦੇ ਮਗਰ ਕਹਿੰਦੇ ਵੀ ਘਸੀਟ ਕੇ ਮਾਰੋ। ਫਿਰਾਮੋ ਸ਼ਹਿਰੇ ਇਦਾਂ ਦਾ ਫਤਵਾ ਜਾਰੀ ਕਰਾ ਲਿਆ ਵੀ ਸ਼ਹਿਰ ਦਿੱਲੀ ਦੇ ਚੁਗਿਰਦੇ ਘੁਮਾ ਕੇ ਘਸੀਟ ਕੇ ਬੰਦਾ ਸਿੰਘ ਬਹਾਦਰ ਨੂੰ ਕਤਲ ਕਰ ਦਿਓ। ਗਿਰਦੋ ਸ਼ਹਿਰ ਘੁਮਾਏ ਕੇ ਫਿਰ ਉਸ ਦੀ ਜੋ ਡਾਲ, ਇਦਾਂ ਕਹਿੰਦੇ ਫਤਵਾ ਹੋ ਗਿਆ ਵੀ ਦਿੱਲੀ ਦੇ ਆਲੇ ਦੁਆਲੇ ਘੁਮਾ ਕੇ ਤੇ ਫਿਰ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਮਾਰ ਕੇ ਸੁੱਟ ਦਿਓ। ਐਸੋ ਕਾਮਸ ਜੋ ਕਰੇ ਉਸ ਹੋਵਕ ਜਹੀ ਹਵਾ, ਨਾਲ ਹੀ ਇਹ ਕਹਿੰਦੇ ਹੋਕਾ ਸ਼ਹਿਰ ਵਿੱਚ ਦਵਾ ਦਿਓ ਵੀ ਜਿਹੜਾ ਬੰਦਾ ਸਿੰਘ ਬਹਾਦਰ ਦੇ ਵਾਂਗ ਹਕੂਮਤ ਦੇ ਅੱਗੇ ਅੱਖ ਚੁੱਕੇਗਾ ਕਹਿੰਦੇ ਵੀ ਉਹਦਾ ਵੀ ਅਸੀਂ ਇਹੀ ਹਾਲ ਕਰਕੇ ਮਾਰਾਂਗੇ। ਪਈ ਕਾਜੀ ਕਹੀ ਘਰੀ ਸੋ ਸ਼ਾਹੀ, ਜਿਵੇਂ ਕਾਜੀ ਨੇ ਕਿਹਾ ਫਤਵਾ ਦਿੱਤਾ ਉਸੇ ਤਰ੍ਹਾਂ ਫਰਖਸ਼ੀਰ ਬਾਦਸ਼ਾਹ ਨੇ ਅੱਗੇ ਹੁਕਮ ਦੇ ਦਿੱਤਾ। ਅਗਰ ਘੋੜੇ ਵੈ ਦਇਓ ਕਿਸ ਢਾਏ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਘੋੜਿਆਂ ਦੀਆਂ ਕਾਠੀਆਂ ਨਾਲ ਰੱਸਾ ਬੰਨ ਕੇ ਤੇ ਘਸੀਟ ਕੇ ਸ਼ਹੀਦ ਕਰਵਾਉਣ ਦੀ ਤਿਆਰੀ ਕੀਤੀ। ਬੰਦਾ ਜੋ ਕੋ ਕਰੂਗਾ, ਤੇ ਨਾਲੇ ਬਾਬਾ ਜੀ ਨੂੰ ਘਸੀਟਦੇ ਜਾਂਦੇ ਨੇ ਤੇ ਨਾਲੇ ਉੱਚੀ ਉੱਚੀ ਇਦਾਂ ਕਹਿੰਦੇ ਆ ਵੀ ਜੇ ਕੋਈ ਬੰਦਾ ਸਿੰਘ ਬਹਾਦਰ ਦੇ ਵਾਂਗ ਹਕੂਮਤ ਦੇ ਖਿਲਾਫ ਕੰਮ ਕਰੇਗਾ ਆਕ ਬੰਦਾ ਦੇ ਸੋ ਫਿਰ ਭਰੂਗਾ। ਕਹਿੰਦੇ ਜਿਵੇਂ ਬੰਦਾ ਸਿੰਘ ਬਹਾਦਰ ਨੂੰ ਹੁਣ ਅਸੀਂ ਜ਼ੁਲਮ ਦੇ ਜਿਵੇਂ ਨੂੰ ਸਜ਼ਾ ਦੇ ਰਹੇ ਆ ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਦੇ ਵਾਂਗ ਆਪਣੀ ਕੀਤੀ ਦਾ ਫਲ ਪਾਊਗਾ, ਭਰੂਗਾ। ਕਹਿ ਬੰਦੋ ਦਿਓ ਮਰਵਾਏ, ਇਸ ਤਰ੍ਹਾਂ ਕਹਿ ਕੇ ਸਾਧ ਸੰਗਤ ਪਹਿਲਾਂ ਬਾਬਾ ਜੀ ਨੂੰ ਕਹਿੰਦੇ ਘਸੀਟਿਆ ਸ਼ਹਿਰ ਸਾਰੇ ਦੇ ਵਿੱਚ ਅਜੇ ਸਰੀਰ ਦੇ ਵਿੱਚ ਸਾਹ ਚੱਲਦੇ ਨੇ। ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹ ਵੀ ਇਹਨਾਂ ਨੇ ਕਹਿੰਦੇ ਪੁੱਛਿਆ ਵੀ ਮੁਸਲਮਾਨ ਬਣ ਜਾ ਤੇ ਤੈਨੂੰ ਸਾਡੇ ਵੱਲੋਂ ਹੋ ਕੇ ਕੰਮ ਕਰ, ਤੇਰੀ ਜਾਨ ਬਖਸ਼ ਦੇਵਾਂਗੇ। ਵੀ ਅੱਖਾਂ ਹੀ ਨਹੀਂ ਹੈਗੀਆਂ ਬਾਕੀ ਤਾਂ ਸਰੀਰ ਸਲਾਮਤ ਹੈ। ਬਾਬਾ ਜੀ ਨਹੀਂ ਮੰਨੇ ਤੇ ਇਹਨਾਂ ਦੇ ਸਰੀਰ ਦਾ ਜਿਹੜਾ ਮਾਸ ਪਹਿਲਾਂ ਘਸੀਟ ਕੇ ਦੁੱਖ ਦਿੱਤਾ ਹੈ, ਮੁੜ ਕੇ ਸਾਰੇ ਸਰੀਰ ਦਾ ਮਾਸ ਜਮੂਰਾਂ ਦੇ ਨਾਲ ਨੋਚ ਕੇ ਨਾ ਚੁੰਡੀਆਂ ਵੱਢ ਵੱਢ ਕੇ ਭਰ ਭਰ ਕੇ ਨਾਲੋਂ ਮਾਸ ਤੋੜਿਆ ਗਿਆ। ਪਰ ਬਾਬਾ ਜੀ ਅੜੋਗ ਨੇ, ਬਾਬਾ ਜੀ ਨੇ ਸਿਦਕ ਕਮਾਇਆ। ਫੇਰ ਦੱਸਦੇ ਆ ਵੀ ਬਾਬਾ ਜੀ ਦੇ 4 ਸਾਲ ਦੇ ਪੁੱਤਰ ਨੂੰ ਗੋਦੀ 'ਚ ਪਾ ਕੇ ਕਹਿੰਦੇ ਵੀ ਇਹਦੇ ਛੁਰੀ ਮਾਰ ਕੇ ਕਲੇਜਾ ਕੱਢ ਕੇ ਖਾ। ਬਾਬਾ ਜੀ ਕਹਿੰਦੇ ਜਿਹੜਾ ਦੁਸ਼ਮਣ ਦਾ ਵੀ ਬੱਚਾ ਹੈ ਮੈਂ ਤੇ ਉਹਦੇ ਨਹੀਂ ਮਾਰੀ, ਇਹ ਤੇ ਮੇਰਾ ਆਪਣਾ ਹੈ। ਫਿਰ ਜ਼ਾਲਮਾਂ ਨੇ ਆਪ ਚੀਰ ਕੇ ਅਜੇ ਸਿੰਘ 4 ਸਾਲ ਦੀ ਉਮਰ ਸੀ ਹਾਲਾਂ ਅਜੇ ਸਿੰਘ ਬਾਬਾ ਜੀ ਦੇ ਪੁੱਤਰ ਨੂੰ ਕਹਿੰਦੇ ਚੀਰ ਕੇ ਕਲੇਜਾ ਕੱਢ ਕੇ ਧੱਕੇ ਦੇ ਨਾਲ ਮੂੰਹ ਦੇ ਵਿੱਚ ਤੁੰਦੇ ਹਨ। ਫਿਰ ਹੋਰ ਦੁੱਖ ਦਿੱਤੇ, ਬਾਬਾ ਜੀ ਦੀ ਇੱਕ ਬਾਂਹ ਵੱਢਤੀ ਤੇ ਫਿਰ ਇੱਕ ਲੱਤ ਵੱਢਤੀ, ਫਿਰ ਦੂਸਰੀ ਬਾਂਹ ਵੱਢਤੀ ਮੋਢੇ ਤੋਂ, ਦੂਸਰੀ ਲੱਤ ਵੱਢਤੀ। ਅਖੀਰ ਕਹਿੰਦੇ ਵੀ ਜਿਹੜਾ ਸਿਰ ਸੀ ਉਹ ਵੀ ਵੱਢ ਕੇ ਇਹਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ। ਇਹਨਾਂ ਦੇ ਸ਼ਹੀਦ ਕਰਨ ਤੋਂ ਪਹਿਲਾਂ ਜਿਹੜੇ 700 ਦੇ ਕਰੀਬ ਫੜੇ ਹੋਏ ਸਿੰਘ ਸਨ
100 ਸਿੰਘ ਨੂੰ ਰੋਜ਼ ਸ਼ਹੀਦ ਕਰਦੇ ਰਹੇ। ਤੇ ਅੰਗਰੇਜ਼ ਲਿਖਾਰੀ ਉਹਨਾਂ ਦਿਨਾਂ 'ਚ ਦੱਸਦੇ ਆ ਵੀ ਦਿੱਲੀ ਆ ਚੁੱਕੇ ਸੀ ਤੇ ਅੰਗਰੇਜ਼ ਲਿਖਾਰੀਆਂ ਲਿਖਿਆ, ਕਹਿੰਦੇ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਏ ਵੀ ਦਿੱਲੀ ਦੇ ਵਿੱਚ ਜਿਹੜਾ ਜਲਾਦ ਸਿੰਘਾਂ ਨੂੰ ਸ਼ਹੀਦ ਕਰਦਾ ਸਿੰਘ ਉਹਨੂੰ ਮੁਕਤੀ ਦਾਤਾ ਕਹਿੰਦੇ ਨੇ। ਕਿ ਅਸੀਂ ਸੋਚਿਆ ਵੀ ਇਹ ਡਰਨਗੇ ਮਰਨ ਤੋਂ, ਤੇ ਇਹ ਸਗੋਂ ਕਹਿੰਦੇ ਆ ਮੁਕਤੀ ਦਾਤਾ ਪਹਿਲਾਂ ਮੈਨੂੰ ਸ਼ਹੀਦ ਕਰ, ਮੈਂ ਸ਼ਹੀਦਾਂ ਸਿੰਘਾਂ ਦੇ ਨਾਲ ਜਾ ਕੇ ਰਲਣਾ ਚਾਹੁੰਦਾ ਹਾਂ। ਇਹ ਤਾਂ ਜਿਹੜਾ ਵੀ ਸਿੰਘ ਆਉਂਦਾ ਏ ਵਾਰੀਆਂ ਦੇ ਨਾਲ ਬੜੀ ਖੁਸ਼ੀ ਦੇ ਨਾਲ ਸ਼ਹੀਦੀਆਂ ਪ੍ਰਵਾਨ ਕਰਦੇ। ਮਾਰਨ ਤੋਂ ਪਹਿਲਾਂ ਹਰ ਇੱਕ ਨੂੰ ਪੁੱਛਿਆ ਜਾਂਦਾ ਇਸਲਾਮ ਕਬੂਲ ਕਰੇਗਾ? ਕਹਿੰਦੇ ਨਾ, ਮੈਂ ਤੇ ਸ਼ਹਾਦਤ ਦਾ ਜਾਮ ਪੀਣ ਵਾਸਤੇ ਆਇਆ ਹਾਂ। ਇੱਕ ਇਹ ਵੀ ਸਾਖੀ ਲਿਖੀ ਵਿਦਵਾਨਾਂ ਨੇ ਵੀ ਇੱਕ 16 ਸਾਲ ਦਾ ਨੌਜਵਾਨ ਨਵਾਂ ਵਿਆਹ ਹੋਇਆ ਤੇ ਇਹਨੂੰ ਵੀ ਚੁੱਕ ਲਿਆਏ ਸੀ ਰਾਹ ਦੇ ਵਿੱਚੋਂ। ਇਹਦੀ ਮਾਂ ਇਹਦੀ ਘਰਵਾਲੀ ਨੂੰ ਨਾਲ ਲੈ ਕੇ ਤੇ ਬਾਦਸ਼ਾਹ ਤੀਕਰ ਪਹੁੰਚੀ ਵੀ ਮੇਰਾ ਪੁੱਤਰ ਸਿੱਖ ਨਹੀਂ ਹੈ। ਇਹਦੇ ਉਹਨੂੰ ਨਾਲ ਉਦਾਂ ਹੀ ਬੁਲਾ ਕੇ ਲੈ ਆਏ ਸੀ, ਅਸੀਂ ਤਾਂ ਹਿੰਦੂ ਹਾਂ। ਜਦੋਂ ਬਾਦਸ਼ਾਹ ਦੇ ਕੋਲੋਂ ਲਿਖਾ ਕੇ ਲੈ ਆਂਦਾ ਵੀ ਇਹ ਫਲਾਣੇ ਬੱਚੇ ਨੂੰ ਛੱਡ ਦਿਓ ਵੀ ਇਹ ਸਿੱਖ ਨਹੀਂ। ਤੇ ਜਦੋਂ ਮਾਂ ਉੱਥੇ ਪਹੁੰਚੀ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਆਪਣੀ ਨੂੰਹ ਨੂੰ ਨਾਲ ਲੈ ਕੇ, ਤੇ ਜਿਹੜਾ ਸਿੰਘ ਸੀ ਉਹਦੀ ਵਾਰੀ ਆਉਣ ਵਾਲੀ ਸੀ ਨੌਜਵਾਨ ਦੀ, ਉਹਨੂੰ ਸਿਪਾਹੀਆਂ ਨੇ ਬਾਹਰ ਕੱਢਤਾ ਲੈਣ ਚੋਂ ਤੇ ਲੈ ਆਏ। ਉਹ ਕਹਿੰਦੇ ਮੈਨੂੰ ਆਪਣੇ ਭਰਾਵਾਂ ਨਾਲੋਂ ਵੱਖ ਕਿਉਂ ਕਰਦੇ? ਕਹਿੰਦੇ ਵੀ ਤੇਰੀ ਮਾਂ ਆਈ ਆ, ਉਹ ਬਾਦਸ਼ਾਹ ਕੋਲ ਲਿਖਾ ਕੇ ਲਿਆਈ ਆ ਵੀ ਮੇਰਾ ਪੁੱਤ ਸਿੱਖ ਨਹੀਂ ਇਹ ਹਿੰਦੂ ਹੈ, ਇਹਨੂੰ ਛੱਡ ਦਿੱਤਾ ਜਾਵੇ। ਤੇ ਉਹ ਕਹਿਣ ਲੱਗਾ ਮੇਰੀ ਮਾਂ ਹੀ ਨਹੀਂ ਆਏ, ਮੈਂ ਤੇ ਗੁਰੂ ਦਾ ਸਿੰਘ ਹਾਂ, ਮੈਂ ਤੇ ਕਲਗੀਆਂ ਵਾਲੇ ਦਾ ਸੇਵਕ ਹਾਂ। ਇਹ ਮੇਰੀ ਮਾਂ ਨਹੀਂ ਜਿਹੜੀ ਮੈਨੂੰ ਹਿੰਦੂ ਦੱਸਦੀ ਹੈ, ਜਿਹੜੀ ਮੇਰੀ ਜਾਨ ਬਚਾਉਣ ਵਾਸਤੇ ਮੈਨੂੰ ਗੁਰੂ ਦਾ ਸਿੰਘ ਹੀ ਨਹੀਂ ਕਹਿੰਦੀ। ਤੇ ਜਲਾਦਾਂ ਨੂੰ ਕਹਿਣ ਲੱਗਾ ਮੈਂ ਸਿੰਘ ਹਾਂ, ਜਦੋਂ ਮੈਂ ਕਹਿ ਰਿਹਾ ਮੇਰੀ ਮਾਂ ਝੂਠੀ ਹੈ, ਮੇਰੀ ਮਾਂ ਹੀ ਕੋਈ ਨਹੀਂ। ਤੇ ਕਹਿੰਦੇ ਅੰਗਰੇਜ਼ ਲਿਖਾਰੀ ਹੈਰਾਨ ਹੋ ਗਏ ਵੀ ਉਹ ਛਡਾਉਣਾ ਚਾਹੁੰਦੇ ਨੇ ਝੂਠ ਬੋਲ ਕੇ, ਪਰ ਉਹ 16 ਸਾਲ ਦਾ ਨੌਜਵਾਨ ਭੱਜ ਕੇ ਅੱਗੇ ਹੋ ਗਿਆ। ਜਲਾਦ ਨੂੰ ਕਹਿੰਦਾ ਪਹਿਲਾਂ ਮੈਨੂੰ ਸ਼ਹੀਦ ਕਰ, ਮੈਂ ਵੀ ਕਲਗੀਆਂ ਵਾਲੇ ਦੀ ਗੋਦ ਦਾ ਆਨੰਦ ਮਾਣਨਾ ਹੈ। ਇਹ ਤਾਂ ਸਿਦਕ ਦੇ ਨਾਲ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਸਾਧ ਸੰਗਤ ਜੀ 100 ਕਰਕੇ ਸਿੰਘਾਂ ਨੂੰ ਸ਼ਹੀਦ ਕੀਤਾ, ਇੱਕ ਵੀ ਸਿੱਖ ਨੇ ਇਸਲਾਮ ਨਹੀਂ ਮੰਨਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਇਦਾਂ ਕਹਿੰਦੇ ਵੀ ਬਹੁਤ ਕਸ਼ਟ ਦੇ ਕੇ ਤੇ ਸ਼ਹੀਦ ਕੀਤਾ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਪਵਿੱਤਰ ਰੂਹ ਬ੍ਰਹਮ ਗਿਆਨੀ ਮਹਾਂਪੁਰਖ ਨੇ ਸ਼ਹਾਦਤ ਪ੍ਰਵਾਨ ਕਰ ਲਈ। ਜੇ ਕੋਈ ਪਿਛਲੇ ਜੀਵਨ 'ਚ ਵਾਧ ਘਾਟ ਹੋਈ ਹੋਵੇਗੀ ਸ਼ਹੀਦੀ ਦੇ ਕੇ ਕਲਗੀਧਰ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਾਂ ਪ੍ਰਾਪਤ ਕਰ ਲਈਆਂ। ਜੇ ਹਮ ਸੁਨਿਓ ਸੋ ਧਰਿਓ ਲਿਖਾਏ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜਿਵੇਂ ਮੈਂ ਕਹਿੰਦੇ ਵੀ ਸੁਣਿਆ ਸੀ ਨਾ ਵੀ ਬਾਬਾ ਜੀ ਨੂੰ ਏਦਾਂ ਸ਼ਹੀਦ ਕੀਤਾ, ਮੈਂ ਜਾ ਕੇ ਸਾਰੀ ਕਹਿੰਦੇ ਵੀ ਕਾਰਵਾਈ ਦੇ ਬਾਰੇ ਪਤਾ ਕੀਤਾ, ਸਰਕਾਰ ਦੇ ਦਫ਼ਤਰਾਂ 'ਚੋਂ ਪਤਾ ਕੀਤਾ, ਹੋਰ ਉੱਥੋਂ ਦੇ ਲੋਕਾਂ ਦੇ ਕੋਲੋਂ ਉਹ ਮੈਂ ਸਾਖੀ ਲਿਖਤੀ ਵੀ ਏਦਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸ਼ਹੀਦੀ ਪਾਈ ਆ। ਉਹ ਕਹੇ ਬੰਦੋ ਨਾ ਮੋਇਓ। ਤੇ ਨਾਲ ਇਹ ਵੀ ਲਿਖਿਆ ਵੀ ਕਈ ਲੋਕ ਇਹੋ ਜਿਹੇ ਵੀ ਮੈਨੂੰ ਮਿਲੇ ਜਿਹੜੇ ਕਹਿੰਦੇ ਵੀ ਬੰਦਾ ਸਿੰਘ ਬਹਾਦਰ ਮਰਿਆ ਨਹੀਂ, ਉਹ ਸ਼ਹੀਦ ਨਹੀਂ ਹੋਇਆ। ਭਾਈ ਨਾ ਮੜੀ ਸੋ ਉੱਟ ਗਇਓ। ਉਹ ਕਹਿੰਦੇ ਵੀ ਜੇ ਬੰਦਾ ਸਿੰਘ ਬਹਾਦਰ ਸ਼ਹੀਦ ਹੋਇਆ ਹੁੰਦਾ ਤੇ ਉਹਦੀ ਮੜੀ ਨਾ ਹੁੰਦੀ, ਇੱਥੇ ਉਹਦੀ ਯਾਦਗਾਰ ਬਣੀ ਸੀ, ਇਸ ਕਰਕੇ ਉੱਡ ਗਿਆ। ਭਾਈ ਰਤਨ ਸਿੰਘ ਜੀ ਕਹਿੰਦੇ ਜੇ ਮੈਂ ਪੜਤਾਲ ਕੀਤੀ ਨਾ ਇਤਿਹਾਸ ਦੀ ਤੇ ਕਈ ਲੋਕ ਮੈਨੂੰ ਇਦਾਂ ਵੀ ਕਹਿਣ ਲੱਗ ਪਏ, ਜਦੋਂ ਕਿ ਇਹ ਪੱਕਾ ਹੈ ਵੀ ਜਿਹੜਾ ਕਾਕਾ ਬਖਤਿਆਰ ਕਾਕੀ ਹੈ ਨਾ, ਉਹਦੀ ਜਿੱਥੇ ਕੋ ਬਣੀ ਹੋਈ ਹੈ ਜਗ੍ਹਾ, ਉਹਦੇ ਨੇੜੇ ਹੁਣ ਦਿੱਲੀ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਸਥਾਨ ਵੀ ਕਾਇਮ ਕੀਤਾ ਹੈ। ਉੱਥੇ ਬਖਤਿਆਰ ਕਾਕੀ ਦੀ ਜਗ੍ਹਾ ਦੇ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਬਹੁਤ ਕਸ਼ਟ ਦੇ ਕੇ ਪਹਿਲਾਂ ਸ਼ਹਿਰ ਦੇ ਵਿੱਚ ਧੋਇਆ, ਫਿਰ ਟੁਕੜੇ ਸਰੀਰ ਕਰ ਦਿੱਤਾ। ਭਾਈ ਪਰ ਰਤਨ ਸਿੰਘ ਜੀ ਕਹਿੰਦੇ ਪਰ ਮੈਨੂੰ ਕੁਝ ਲੋਕ ਮਿਲੇ ਜਿਹੜੇ ਕਹਿੰਦੇ ਵੀ ਉਹ 'ਚ ਸ਼ਕਤੀ ਸੀ, ਉਹ ਤੇ ਉੱਡ ਕੇ ਚਲਾ ਗਿਆ। ਅਮਰ ਦਿਨ ਜੇ ਬਾਤ ਨੇ ਆਈ। ਪਰ ਕਹਿੰਦੇ ਮੇਰੇ ਮੰਨਣ 'ਚ ਨਹੀਂ ਇਹ ਗੱਲ ਆਈ। ਕਹਿੰਦੇ ਜਿਹੜਾ ਲੋਕਾਂ ਨੇ ਕਿਹਾ ਨਾ ਵੀ ਉਹ ਸ਼ਹੀਦ ਨਹੀਂ ਹੋਇਆ, ਉਹ ਤੇ ਉੱਡ ਕੇ ਚਲਾ ਗਿਆ ਸੀ, ਕਹਿੰਦੇ ਮੈਨੂੰ ਇਹ ਗੱਲ ਨਹੀਂ ਜਚੀ, ਇਹ ਨਹੀਂ ਠੀਕ ਲੱਗੀ। ਉਹਨੂੰ ਜੀਵਤ ਤੋਂ ਦੇਤ ਦਿਖਾਏ। ਕਿਉਂਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਉੱਡ ਕੇ ਕਿਤੇ ਚਲਾ ਗਿਆ ਹੁੰਦਾ, ਜੇ ਜਿਉਂਦਾ ਹੁੰਦਾ ਤੇ ਕਹਿੰਦੇ ਦਿਖਾਈ ਦਿੰਦਾ, ਉਹ ਦਿਖਾਈ ਦਿੰਦਾ, ਉਹਦਾ ਪਤਾ ਹੁੰਦਾ ਵੀ ਫਲਾਣੇ ਥਾਂ ਤੇ ਰਹਿੰਦਾ ਏ। ਮਗਰ ਸਿੱਖ ਸਭ ਦੀਨੇ ਮਾਰ। ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਨੇ ਅੱਗੇ ਉਹ ਸਾਖੀ ਦੱਸਣੀ ਹੈ ਜਿਹੜੀ ਆਪਾਂ ਸੁਣਨੀ ਗਾ
ਵੀ ਜਿੱਦਾਂ ਲੋਕਾਂ ਨੇ ਕਹਾਵਤ ਬਣਾਈ ਸੀ ਵੀ ਬੰਦਾ ਸਿੰਘ ਬਹਾਦਰ ਇਹਦਾ ਉੱਡ ਕੇ ਚਲਾ ਗਿਆ, ਜਿਉਂਦਾ ਰਿਹਾ। ਪਰ ਭਾਈ ਰਤਨ ਸਿੰਘ ਨੇ ਆਪਣੇ ਵੱਲੋਂ ਲਿਖਤਾ, ਕਹਿੰਦੇ ਵੀ ਮੈਂ ਨਹੀਂ ਇਹ ਗੱਲ ਮੰਨਦਾ ਵੀ ਉਹ ਸ਼ਹੀਦ ਨਹੀਂ ਹੋਇਆ, ਉਹ ਸ਼ਹੀਦ ਹੋਇਆ ਇਹ ਸਰਕਾਰਾਂ ਇੱਦਾਂ ਹੀ ਕਰਦੀਆਂ। ਜਿਵੇਂ ਆਪਾਂ ਦੂਰ ਨਾ ਜਾਈਏ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਉਹਨਾਂ ਦੇ ਬਾਰੇ ਕੋਈ ਗੱਲ ਪੂਰੀ ਪੱਕੀ ਹੋਣ ਨਹੀਂ ਨਾ ਦਿੱਤੀ, ਇਹ ਤਾਂ ਉਲਝਣ 'ਚ ਪਾ ਕੇ ਰੱਖਦੀਆਂ ਸਰਕਾਰਾਂ। ਇਸੇ ਢੰਗ ਦੇ ਨਾਲ ਦੁਨੀਆ ਦੇ ਹੋਰ ਵੱਡੇ ਵੱਡੇ ਆਪੋ ਆਪਣੀ ਕੌਮ ਦੇ ਜਰਨੈਲ ਹੋਏ ਨੇ। ਜਿਵੇਂ ਮੁਸਲਮਾਨਾਂ ਦਾ ਜਰਨੈਲ ਹੋਇਆ ਉਸਾਮਾ ਬਿਨ ਲਾਦੇਨ, ਉਹ ਮਰਿਆ ਨਹੀਂ ਮਰਿਆ ਇਹ ਵੀ ਉਹਨਾਂ ਨੇ ਭਰਮ ਪਾਤਾ, ਮਾਰ ਕੇ ਕਿੱਥੇ ਦੱਬਿਆ। ਕਈ ਕਹਿੰਦੇ ਵੀ ਉਹਨੂੰ ਨਾਲ ਲੈ ਗਏ, ਕੋਈ ਕਹਿੰਦੇ ਸਮੁੰਦਰ 'ਚ ਰੋੜ ਗਏ, ਕੋਈ ਕਹਿੰਦੇ ਵੀ ਮਾਰ ਕੇ ਉਹਨੂੰ ਉੱਥੇ ਦੱਬਤਾ। ਇੱਕ ਨਿਸ਼ਚੇ ਦੀ ਗੱਲ ਸਰਕਾਰ ਨਹੀਂ ਆਉਣ ਦਿੰਦੀ ਕਦੀ ਇਦਾਂ ਦੇ ਬੰਦਿਆਂ ਤੇ, ਭਰਮ ਵਿੱਚ ਪਾ ਕੇ ਰੱਖਦੀ। ਕੁਝ ਦੇ ਅੰਦਰ ਇਹ ਪਾ ਦਿੰਦੀ ਵੀ ਉਹ ਫਲਾਨਾ ਹਜੇ ਜਿਉਂਦਾ, ਕੁਝ ਦੇ ਅੰਦਰ ਪਾ ਦਿੰਦੀ ਆ ਵੀ ਉਹ ਭੱਜ ਗਿਆ, ਕੁਝ ਦੇ ਅੰਦਰ ਪਾ ਦਿੰਦੀ ਆ ਵੀ ਉਹ ਜੇ ਗ੍ਰਿਫਤਾਰ ਹੈ। ਇਸ ਤਰ੍ਹਾਂ ਦਾ ਸਰਕਾਰਾਂ ਦਾ ਇਹ ਮਹਿਕਮਿਆਂ ਦੀਆਂ ਨੇ ਟ੍ਰੇਨਿੰਗਾਂ ਹੀ ਇਦਾਂ ਦੀਆਂ ਹੁੰਦੀਆਂ ਵੀ ਲੋਕਾਂ ਨੂੰ ਭਰਮਾ ਕੇ ਰੱਖੋ, ਕਿਸੇ ਇੱਕ ਨਿਰਣੇ ਤੇ ਨਾ ਆਉਣ ਦਿਓ। ਸੋ ਇਸੇ ਤਰ੍ਹਾਂ ਕਹਿੰਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ, ਪਰ ਇਦਾਂ ਦੀਆਂ ਗੱਲਾਂ ਵੀ ਚੱਲੀਆਂ ਵੀ ਉੱਡ ਕੇ ਬਚ ਗਏ। ਉਹ ਸਾਖੀ ਕੱਲ ਨੂੰ ਆਏਗੀ। ਇਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਕਹਿੰਦੇ ਸ਼ਹਾਦਤ ਹੋ ਗਈ, ਬਾਕੀ ਸਿੰਘ ਵੀ ਸਾਰੇ ਸ਼ਹੀਦ ਕਰ ਦਿੱਤੇ, ਪਰ ਕਿਸੇ ਨੇ ਆਪਣਾ ਧਰਮ ਨਹੀਂ ਤਿਆਗਿਆ। ਘਸੀਟ ਕੂਟਿਓ ਕਰਕੇ ਖਵਾਰ, ਆ ਕਹਿੰਦੇ ਵੀ ਘਸੀਟ ਕੇ ਕੁੱਟ ਕੇ ਚੰਗੀ ਤਰ੍ਹਾਂ ਸਿੰਘਾਂ ਨੂੰ ਖਵਾਰ ਕੀਤਾ ਗਿਆ, ਚੰਗੀ ਤਰ੍ਹਾਂ ਜ਼ੁਲਮ ਕੀਤਾ ਗਿਆ। ਵੀ ਇਹ ਮਰਦੇ ਕਹਿ ਦੇਣਗੇ ਵੀ ਸਾਨੂੰ ਇਸਲਾਮ ਕਬੂਲ ਹੈ, ਪਰ ਮਰਦਿਆਂ ਹੋਇਆਂ ਵੀ ਇਹ ਜਕਾਰੇ ਹੀ ਬੁਲਾ ਰਹੇ ਸਨ। ਬਾਜ ਸਿੰਘ ਭਲੀ ਨਿਭਾਈ, ਕਹਿੰਦੇ ਬਾਬਾ ਬਾਜ ਸਿੰਘ ਮਾਝੇ ਦਾ ਮਝੈਲ, ਇਹਨੇ ਵੀ ਆਪਣੇ ਭਰਾਵਾਂ ਦੇ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕਹਿੰਦੇ ਚੰਗੀ ਨਿਭਾਈ। ਅਖੀਰਲੇ ਸਮੇਂ ਤੀਕਰ ਬਾਬਾ ਜੀ ਦਾ ਸਾਥ ਨਹੀਂ ਛੱਡਿਆ। ਕਹਿੰਦੇ ਜਦੋਂ ਬਾਜ ਸਿੰਘ ਤੇ ਹੋਰ ਸਿੰਘਾਂ ਨੂੰ ਇਦਾਂ ਖਿਲਾਰਿਆ ਨਾ, ਤੇ ਫਰਕਸੀਅਰ ਆਇਆ, ਕਹਿਣ ਲੱਗਾ ਸੁਣਿਆ ਤੁਹਾਡੇ ਚੋਂ ਕੋਈ ਬਾਜ ਵੀ ਹੈ? ਬਾਜ, ਕਹਿੰਦੇ ਬਾਜ ਤਾਂ ਉੱਡਦੇ ਹੁੰਦੇ ਆ, ਪਰ ਇਹ ਕਿਹੜਾ ਬਾਜ ਹੈ? ਤੇ ਬਾਬਾ ਬਾਜ ਸਿੰਘ ਕਹਿੰਦੇ ਵੀ ਮੇਰਾ ਨਾਮ ਬਾਜ ਸਿੰਘ ਹੈ। ਕਹਿੰਦੇ ਵੀ ਤੂੰ ਉੱਡਦਾ? ਕਹਿੰਦਾ ਮੇਰੀਆਂ ਬੇੜੀਆਂ ਖੋਲ ਕੇ ਵੇਖ। ਕਹਿੰਦੇ ਵੀ ਅਜੇ ਪੈਰਾਂ ਦੀਆਂ ਜਿਹੜੀਆਂ ਬੇੜੀਆਂ ਸਨ ਉਹ ਖੋਲੀਆਂ ਸੀ, ਤੇ ਹੱਥਾਂ ਨੂੰ ਹੱਥ ਕੜੀਆਂ ਬਾਬਾ ਜੀ ਦੇ ਪਈਆਂ ਸਨ। ਜਦੋਂ ਪੈਰਾਂ ਦੀਆਂ ਅਜੇ ਬੇੜੀਆਂ ਹੀ ਖੋਲੀਆਂ, ਤੇ ਬਾਜ ਦੀ ਨਿਆਈ ਐਸਾ ਬਾਬਾ ਬਾਜ ਸਿੰਘ ਉੱਡਿਆ ਵੀ ਹੱਥ ਘੜੀਆਂ ਦੀਆਂ ਜਿਹੜੇ ਸੰਗਲ ਸਨ ਉਹਨਾਂ ਦੇ ਨਾਲ ਹੀ ਮਾਰ ਕੇ 5-4 ਜਿਹੜੇ ਪੁਲਿਸ ਵਾਲੇ ਸੀ, ਸਿਪਾਹੀ ਸੀ, ਉਹ ਮਾਰ ਦਿੱਤੇ। ਤੇ ਇੱਕ ਸਿਪਾਹੀ ਦੀ ਕਿਰਪਾਨ ਕੱਢ ਕੇ ਤੇ ਫਰਕਸੀਅਰ ਬਾਦਸ਼ਾਹ ਨੂੰ ਵੀ ਮਾਰ ਹੀ ਦੇਣ ਲੱਗਾ ਸੀ, ਵੀ ਭੱਜ ਕੇ ਬਾਕੀ ਸਿਪਾਹੀਆਂ ਨੇ ਜਾ ਕੇ ਫੜਿਆ। ਕਹਿਣ ਲੱਗੇ ਵੀ ਵੇਖਿਆ ਤੂੰ ਬਾਜ ਗੁਰੂ ਦਾ ਕੈਸਾ ਏ, ਵੀ ਜੇ ਤੂੰ ਮੇਰੇ ਹੱਥ ਵੀ ਖੋਲ ਦਿੰਦਾ ਤੇ ਬਾਦਸ਼ਾਹ ਟੋਟੇ ਦੋ ਤੇਰੇ, ਮੈਂ ਇੱਥੇ ਤੇਰੀ ਸਿਕਿਉਰਿਟੀ ਦੇ ਸਾਹਮਣੇ ਕਰ ਦੇਣੇ ਸਨ। ਬਾਦਸ਼ਾਹ ਡਰ ਗਿਆ, ਕਹਿੰਦੇ ਵੀ ਇਹਨੂੰ ਦੋਹਰਾ ਫੜ ਕੇ ਸ਼ਹੀਦ ਕਰੋ। ਫਿਰ ਬਾਬਾ ਬਾਜ ਸਿੰਘ ਜੀ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਿਆਈ ਬਹੁਤੇ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ। ਹੋਏ ਬੰਦਾ ਸੰਗ ਚਾਰੋਂ ਭਾਈ, ਇਹ ਜਿਹੜੇ 4 ਭਰਾ ਸੀ ਨਾ, ਗੁਰੂ ਕਲਗੀਧਰ ਜੀ ਨੇ ਭੇਜੇ ਸਨ ਨਾਲ ਹਜੂਰ ਸਾਹਿਬ ਤੋਂ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਰਿਓ। ਇਹਨਾਂ 4 ਭਾਈਆਂ ਨੇ ਸ਼ਹੀਦੀਆਂ ਪਾਈਆਂ। ਆਲੀ ਸਿੰਘ ਉਹ ਸਲੋਦੀ ਵਾਲੇ, ਆਲੀ ਸਿੰਘ ਉਹ ਸਲੋਦੀ ਵਾਲੇ, ਕਹਿੰਦੇ ਸਿੰਘਾਂ ਦੀ ਸਲੋਦੀ ਪਿੰਡ ਦੇ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਜਿਹੜੇ ਵਜੀਦੇ ਦੀ ਫੌਜ ਦੀ ਨੌਕਰੀ ਛੱਡ ਕੇ ਬੰਦਾ ਸਿੰਘ ਬਹਾਦਰ ਦੇ ਕੋਲ ਆਏ ਸੀ, ਇਹਨਾਂ ਨੂੰ ਵੀ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ। ਰੂਪੀ ਮੋਏ ਬੰਦਾ ਕੇ ਨਾਲੇ, ਇਹ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਸ਼ਹੀਦ ਹੋ ਗਏ, ਪਰ ਆਪਣਾ ਧਰਮ ਨਹੀਂ ਤਿਆਗਿਆ। ਹੋਰ ਰਤਨ ਸਿੰਘ ਨੇ ਜੋ ਸੁਣੀ 100 ਤੋਂ ਦੀਨੀ ਆਖ, ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਵੀ ਮੈਂ ਜੋ ਪੁਰਾਣੇ ਬਜ਼ੁਰਗਾਂ ਦੇ ਕੋਲ ਸੁਣਿਆ, ਜੋ ਮੈਂ ਕੁਝ ਅੱਖੀ ਵੇਖਿਆ, ਕੁਝ ਮੈਂ ਜਿਹੜਾ ਅਸੀਂ ਜਾ ਕੇ ਪੜਤਾਲ ਕੀਤੀ, ਜਿੱਦਾਂ ਸਿੰਘਾਂ ਨੂੰ ਸ਼ਹੀਦ ਕੀਤਾ ਉਹ ਮੈਂ ਤੁਹਾਨੂੰ ਸਾਖੀ ਦੱਸ ਦਿੱਤੀ ਹੈ। 78 ਮਤ ਪਈ ਬੰਦੇ ਇਮਸਾਕ, ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ 1716 ਈਸਵੀ ਦੇ ਵਿੱਚ ਦਿੱਲੀ ਸ਼ਹਿਰ ਦੇ ਅੰਦਰ ਆਪਣੇ ਸਾਥੀਆਂ ਦੇ ਸਮੇਤ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਸ਼ਹੀਦੀਆਂ ਪਾ ਕੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਦੀ ਗੋਦ ਦੇ ਵਿੱਚ ਸਦਾ ਦੇ ਵਾਸਤੇ ਸੱਚਖੰਡ ਦੇ ਵਾਸੀ ਬਣ ਗਏ। ਇਹ ਤਾਂ ਸਿੰਘਾਂ ਨੇ ਆਪਣੇ ਪਿੰਡੇ ਦੇ ਮੁਸ਼ਕਲਾਂ ਮੁਸੀਬਤਾਂ ਤਾਂ ਸਹਾਰੀਆਂ, ਪਰ ਆਪਣਾ
ਧਰਮ ਨਹੀਂ ਹਾਰਿਆ। ਉਹ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਨਾਲ ਦੇ ਜਿੰਨੇ ਵੀ ਸਾਥੀ ਸਿੰਘ ਸ਼ਹੀਦ ਨੇ, ਉਹਨਾਂ ਸਾਰਿਆਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਤੇ ਨਮਸਕਾਰ ਹੈ। ਇਹ ਤੋਂ ਅੱਗੇ ਜਿਵੇਂ ਬਾਬਾ ਬੰਦਾ ਸਿੰਘ ਜੀ ਦਾ ਬਚਨ ਹੋਇਆ ਸੀ ਨਾ ਵੀ ਜਿੱਦਾਂ ਤੂੰ ਮਰਨਾ ਚਾਹੁੰਦਾ ਫਰਕਸੀਅਰ ਉੱਦਾਂ ਮੈਨੂੰ ਮਾਰ, ਤੇ ਉਹ ਵੀ ਨਾਲ ਹੀ ਇਹਨਾਂ ਨੇ ਸਾਖੀ ਭਾਈ ਰਤਨ ਸਿੰਘ ਜੀ ਨੇ ਲਿਖੀ ਹੈ ਵੀ ਜਿਵੇਂ ਬਾਬਾ ਜੀ ਦਾ ਬਚਨ ਪੂਰਾ ਹੋ ਕੇ ਰਿਹਾ ਤੇ ਜਿਵੇਂ ਫਰਕਸੀਅਰ ਬਾਦਸ਼ਾਹ ਮਰਿਆ, ਜਿਵੇਂ ਉਹਨੂੰ ਅੰਨਾ ਕੀਤਾ ਗਿਆ ਸੈਯਦਾਂ ਵੱਲੋਂ, ਉਹ ਸਾਖੀ ਉਹ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਗੁਰੂ ਮਹਾਰਾਜ ਦੇ ਪੰਥ ਸ਼ਹੀਦਾਂ ਸਿੰਘਾਂ ਖਾਲਸੇ ਦੀਆਂ ਸ਼ਹੀਦੀ ਦੀਆਂ ਗਾਥਾ ਕਹਿੰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਮਹਾਰਾਜ ਤੇ ਗੁਰੂ ਕਾ ਪੰਥ ਸੰਗਤ ਸਦਾ ਹੀ ਬਖਸ਼ਣਹਾਰ ਹੈ, ਬਖਸ਼ ਲੈਣਾ। ਰਤਨ ਸਿੰਘ ਨੇ ਜੋ ਸੁਨੇ ਸੋ ਤੋ ਦੀਨੀ ਆਖ, 70 ਮਤ ਭਈ ਬੰਦੇ ਇਨਸਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਿਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਏ ਸਮਰਥ ਅਗਮ ਪੂਰਨ ਮੋਹਿ ਮਇਆ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੇ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ, ਪੁਰਜਾ ਕਟ ਮਰੇ ਕਬਹੂ ਨ ਛਾੜੈ ਕੇ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜਬ ਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੈ ਸੋਗ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।